ਬੁਝੈ ਜਨ ਸੋਏ, ਜਿਸਨੂੰ ਬਖਸ਼ੇ ਦੇ ਵਡਿਆਈ, ਗੁਰ ਪ੍ਰਸਾਦ ਹਰ ਵਸੈ ਮਨ ਆਈ। ਇਹ ਰਹਾਉ ਦੀ ਤੁਕ ਹੈ ਜੀ। ਪਹਿਲਾਂ ਆਪਾਂ ਰਹਾਉ ਦੀ ਤੁਕ ਦਾ ਆਪਾਂ ਅਰਥ ਕਰ ਲਈਏ ਜੀ। ਹੇ ਭਾਈ, ਜਿਸ ਮਨੁੱਖ ਉੱਤੇ ਪ੍ਰਭੂ ਮਿਹਰ ਕਰਦਾ ਹੈ, ਉਸ ਨੂੰ ਪ੍ਰਭੂ ਇਹ ਵਡਿਆਈ ਦਿੰਦਾ ਹੈ ਕਿ ਗੁਰੂ ਦੀ ਕਿਰਪਾ ਨਾਲ ਪ੍ਰਭੂ ਉਸ ਦੇ ਮਨ ਵਿੱਚ ਆ ਵਸਦਾ ਹੈ। ਇਹ ਰਹਾਉ ਦੀ ਤੁਕ ਦੇ ਅਰਥ ਹੈਗੇ ਨੇ ਜੀ। ਮਨ ਮਾਰੇ ਧਾਤ ਮਰ ਜਾਏ ਜੀ। ਮਨ ਮਾਰੇ ਦਾ ਮਤਲਬ ਹੈ ਮਨ ਵਸ ਕਰ ਲੈਂਦਾ ਹੈ। ਧਾਤ ਦਾ ਮਤਲਬ ਹੈ ਮਾਇਆ ਦੀ ਭਟਕਣਾ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਆਪਣੇ ਮਨ ਨੂੰ ਕਾਬੂ ਕਰ ਲੈਂਦਾ ਹੈ, ਉਸ ਮਨੁੱਖ ਦੀ ਮਾਇਆ ਵਾਲੀ ਭਟਕਣਾ ਮੁੱਕ ਜਾਂਦੀ ਹੈ। ਅਗਲੀ ਹੈ ਪੰਜੀ, ਬਿਨ ਮੂਏ ਕੈਸੇ ਹਰ ਪਾਏ। ਬਿਨ ਮੂਏ ਦਾ ਮਤਲਬ ਇਹ ਹੈ ਮਨ ਤੋਂ ਮਨ ਵੱਲ ਮਨ ਵਸ ਆਉਣ ਤੋਂ ਬਿਨਾਂ, ਮਨ ਵਸ ਆਉਣ ਤੋਂ ਬਿਨਾਂ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਮਤਲਬ ਮਨ ਜੀਤੇ ਜਗ ਜੀਤ, ਮਨ ਨੂੰ ਜਿੱਤਣਾ ਬਹੁਤ ਜ਼ਰੂਰੀ ਹੈ। ਮਨ ਮਰੇ ਦਾਰੂ ਜਾਣੈ ਕੋਏ। ਮਨ ਮਰੇ ਮਤਲਬ ਹੈ ਉਸੇ ਮਨੁੱਖ ਦਾ ਮਨ ਵਸ ਵਿੱਚ ਆਉਂਦਾ ਹੈ। ਦਾਰੂ ਜਾਣੈ ਕੋਏ, ਜਿਹੜਾ ਇਸ ਨੂੰ ਵਸ ਵਿੱਚ ਲਿਆਉਣ ਦੀ ਦਵਾਈ ਜਾਣਦਾ ਹੈ। ਮਨ ਸ਼ਬਦ ਮਰੈ ਬੁਝੈ ਜਨ ਸੋਏ, ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਉਹੀ ਸਮਝਦਾ ਹੈ ਕਿ ਮਨ ਗੁਰੂ ਦੇ ਸ਼ਬਦ ਦੁਆਰਾ ਜੁੜਿਆ ਹੀ ਵਸ ਵਿੱਚ ਆਉਂਦਾ ਹੈ। ਇਹ ਜਿਹੜਾ ਸ਼ਬਦ ਹੈ, ਇਹਦੇ ਨਾਲ ਮਿਲਦਾ ਜੁਲਦਾ ਇੱਕ ਸ਼ਬਦ ਹੋਰ ਹੈ। ਉਹ ਧਨਾਸਰੀ ਰਾਗ ਦੇ ਵਿੱਚ 665 ਅੰਕ ਦੇ ਉੱਤੇ ਹੈ। ਉਹਦੇ ਬਿਲਕੁਲ ਸ਼ਬਦ ਸੇਮ ਹੈ, ਲੇਕਿਨ ਸ਼ਬਦ ਵਿੱਚ ਇੱਕ ਦੋ ਸ਼ਬਦਾਂ ਦਾ ਅੰਤਰ ਹੈ। ਇਹ ਸ਼ਬਦ ਹੈਗਾ ਸੀ ਮਨ ਮਾਰੇ ਧਾਤ ਮਰ ਜਾਏ। ਉਹ ਸ਼ਬਦ ਦੇ ਵਿੱਚ ਹੈ ਜਿਹੜਾ ਧਨਾਸਰੀ ਰਾਗ ਦੇ ਵਿੱਚ ਹੈ, ਉਹ ਹੈ ਮਨ ਮਰੈ ਧਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ। ਇਹ ਮਨ ਮਰੈ ਦਾਰੂ ਜਾਣੈ ਕੋਏ, ਮਨ ਸ਼ਬਦ ਮਰੈ ਬੁਝੈ ਜਨ ਸੋਏ, ਜਿਸ ਨੂੰ ਬਖਸ਼ੇ ਹਰ ਦੇ ਵਡਿਆਈ, ਗੁਰ ਪ੍ਰਸਾਦ ਵਸੇ ਮਨ ਆਈ। ਇਹ ਰਹਾਉ ਦੀ ਤੁਕ ਹੈ ਜੀ। ਇਹ ਸ਼ਬਦ ਗੁਰੂ ਅਮਰਦਾਸ ਜੀ ਦਾ ਹੀ ਹੈ। ਇਹ ਧਨਾਸਰੀ ਰਾਗ ਦੇ ਵਿੱਚ ਹੈਗਾ। ਇਹਦੇ ਅਰਥ ਵੀ ਇਹੀ ਨੇ, ਬਿਲਕੁਲ ਸੇਮ ਹੀ ਨੇ, ਸਿਰਫ ਇਹਦੇ ਸ਼ਬਦਾਂ ਦਾ ਅੰਤਰ ਹੈ। ਇਸ ਤਰ੍ਹਾਂ ਜਿਹੜਾ ਆਪਣਾ ਸਵਾਲ ਕੀਤਾ ਸੀ, ਮਨ ਮਾਰਨਾ ਹੈ, ਮਨ ਮਾਰਨਾ ਮਤਲਬ ਹੈ ਮਨ ਨੂੰ ਕਾਬੂ ਵਿੱਚ ਰੱਖਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖਾ ਜਨਮ ਬਹੁਤ ਵਧੀਆ ਹੈ, ਪਰ ਜਿੰਨਾ ਵਧੀਆ ਜਨਮ ਹੈ ਉਨੀਆਂ ਇਹਦੇ 'ਚ ਵਿਕਾਰ ਤੇ ਕਮਜ਼ੋਰੀਆਂ ਵੀ ਜ਼ਿਆਦਾ ਹੈ। ਗੁਰਬਾਣੀ 'ਚ ਬਕਾਇਦਾ ਇਹਦਾ ਜ਼ਿਕਰ ਆਇਆ ਕਿ ਕਈਆਂ ਤਾਂ ਪਸ਼ੂਆਂ ਨੂੰ ਇੱਕ ਜਾਂ ਦੋ ਕਮਜ਼ੋਰੀਆਂ ਜਾਂ ਆਪਾਂ ਕਹਿ ਲਵਾਂ ਬਿਮਾਰੀਆਂ ਨੇ, ਪਰ ਮਨੁੱਖ ਨੂੰ ਬਹੁਤ ਸਾਰੇ ਔਗਣ, ਬਹੁਤ ਸਾਰੇ ਵਿਕਾਰ ਇਹਨੂੰ ਚੰਬੜੇ, ਜਿਸ ਕਰਕੇ ਐਡਾ ਵਧੀਆ ਜਨਮ ਹੋਣ ਦੇ ਬਾਵਜੂਦ ਇਹ ਸਾਰੀ ਉਮਰ ਭਟਕਣਾ 'ਚ ਰਹਿ ਕੇ ਕੋਈ ਵਿਰਲੇ ਭਾਗਾਂ ਵਾਲਿਆਂ ਨੂੰ ਛੱਡ ਕੇ ਜਿਹੜੇ ਆਪਣੇ ਮਨ ਨੂੰ ਕਾਬੂ ਕਰਦੇ ਨੇ ਤੇ ਜਨਮ ਇੰਝ ਹੀ ਨਿਕਲ ਜਾਂਦਾ। ਤੋ ਫੋਕਸ ਜਿਹੜਾ ਉਹ ਸਾਰਾ ਮਨ ਮਾਰਨ ਦਾ ਹੀ ਹੈ। ਜਿਹੜਾ ਸ਼ੁੱਕਰਵਾਰ ਆਪਾਂ ਸ਼ਬਦ ਵਿਚਾਰ ਕੀਤੀ ਸੀ, ਉਹਦੇ 'ਚ ਵੀ ਐਸਾ ਜ਼ਿਕਰ ਆਇਆ ਸੀਗਾ ਕਿ ਪਿੰਡ ਬੂਏ ਜਿਉ ਕੇ ਘਰ ਜਾਂਦਾ। ਜਿਸ ਵੇਲੇ ਸਰੀਰ ਮਰ ਜਾਂਦਾ ਤੇ ਕਿੱਥੇ ਜਾਂਦਾ। ਭਾਵ ਇਹ ਹੈ ਕਿ ਸਰੀਰ ਫਿਜ਼ੀਕਲ ਮੌਤ ਨਹੀਂ ਹੈ, ਬਲਕਿ ਸਰੀਰ ਦੀ ਜਿਹੜੀ ਪਕੜ ਹੈ, ਜਿਹੜੀ ਸਾਡੀ ਅਟੈਚਮੈਂਟ ਹੈ, ਉਹਦੇ ਤੋਂ ਕਿਵੇਂ ਆਪਣੇ ਮਨ ਨੂੰ ਮਾਰਨਾ। ਸੋ ਗੱਲ ਤੇ ਸਾਰੀ ਘੁੰਮ ਫਿਰ ਕੇ ਆਉਂਦੀ ਹੈ ਮਨ ਤੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਤਦੇ ਆਖਿਆ ਸੀ ਮਨ ਜੀਤੇ ਜਗ ਜੀਤ। ਤੋ ਗੱਲ ਸਾਰੀ ਸਾਧ ਸੰਗਤ ਜੀ ਮਨ ਦੀ ਹੈ। ਮਨ ਕਾਬੂ ਹੋ ਜਾਏ ਤਾਂ ਸਭ ਕੁਝ ਹੋ ਜਾਂਦਾ ਹੈ। ਵਰਨਾ ਮਨੁੱਖ ਜਿਤਨੇ ਵੀ ਮਰਜ਼ੀ ਧਾਰਮਿਕ ਕਰਮ ਵੀ ਕਰੇ, ਜੇ ਮਨ ਵਿੱਚ ਕਾਬੂ ਨਹੀਂ ਹੈ, ਮਨ ਤੇ ਕੰਟਰੋਲ ਨਹੀਂ ਹੈ, ਤਾਂ ਉਹਦਾ ਕੁਝ ਵੀ ਸੌਰ ਨਹੀਂ ਸਕਦਾ। ਔਰ ਅੱਜ ਅਸੀਂ ਆਪਣੇ ਸਮਾਜ ਵਿੱਚ ਇਹੀ ਦੇਖ ਰਹੇ ਹਾਂ ਕਿ ਇਸੇ ਮਨ ਦੇ ਝਗੜੇ ਕਰਕੇ ਸਾਡੇ ਸਮਾਜ ਵਿੱਚ ਇੰਨਾ ਉਥਲ ਪੁਥਲ ਹੈ। ਇੱਥੋਂ ਤੱਕ ਕਿ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਨੇ, ਉੱਥੇ ਵੀ ਕਿਤੇ ਲੋਭ ਹੈ ਤੇ ਕਿਤੇ ਹੰਕਾਰ ਹੈ ਤੇ ਕਿਤੇ ਕੁਛ ਹੈ। ਗੱਲ ਤੇ ਉੱਥੇ ਆ ਜਾਂਦੀ ਕਿ ਮਨ ਤੇ ਕਾਬੂ ਨਹੀਂ। ਤੋ ਅੱਜ ਦੇ ਸ਼ਬਦ ਵਿੱਚ ਮਨ ਮਾਰੇ ਧਾਤ ਮਰ ਜਾਏ, ਇਹ ਵੀਰ ਜਗੀਰ ਸਿੰਘ ਜੀ ਨੇ ਆਪ ਜੀ ਨੂੰ ਗੁਰਬਾਣੀ ਦੀਆਂ ਜੇ ਦੋ ਥਾਂ ਤੇ ਜਿੱਥੇ ਆਇਆ ਦੋਨਾਂ ਦਾ ਜ਼ਿਕਰ ਕਰਕੇ ਆਪ ਜੀ ਨੂੰ ਸਮਝਾਇਆ। ਵੀਰ ਜਗੀਰ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਔਰ ਅਸੀਂ ਸਤਿਗੁਰੂ ਅੱਗੇ ਅਰਦਾਸ ਕਰਦੇ ਹਾਂ, ਸਤਿਗੁਰੂ ਜੀ ਕਿਰਪਾ ਕਰੋ, ਇਹ ਜੋ ਬਾਣੀ ਆਪਾਂ ਸੁਣ ਰਹੇ ਇਹ ਸਾਡੇ ਮਨ ਤੇ ਅਸਰ ਕਰੇ ਤੇ ਸਾਨੂੰ ਮਹਿਸੂਸ ਹੋਵੇ ਕਿ ਸਾਡਾ ਜੀਵਨ ਜਿਹੜਾ ਪਹਿਲੇ ਨਾਲੋਂ ਵਧੀਆ ਹੋਵੇ।
ਜੇ ਇਹ ਮਹਿਸੂਸ ਨਹੀਂ ਹੋਇਆ ਸਾਧ ਸੰਗਤ ਤੇ ਫਿਰ ਖਿਮਾ ਕਰਨਾ, ਫਿਰ ਬਹੁਤਾ ਆਪਾਂ ਟਾਈਮ ਜ਼ਿੰਦਗੀ ਦਾ ਗੁਜ਼ਾਰ ਹੀ ਲਿਆ ਤੇ ਬਾਕੀ ਵੀ ਇਦਾਂ ਹੀ ਗੁਜ਼ਰ ਜਾਣਾ। ਪਰ ਐਸਾ ਨਾ ਹੋਵੇ, ਇਹ ਸਾਡੀ ਇੱਛਾ ਹੈ। ਸਤਿਗੁਰੂ ਜੀ ਕਿਰਪਾ ਕਰ। ਤੋ ਧੰਨਵਾਦ ਵੀਰ ਜੀ, ਇੱਕ ਵਾਰੀ ਫਿਰ ਆਪ ਜੀ ਦਾ। ਤੋ ਸਾਧ ਸੰਗਤ, ਜਿਸ ਤਰ੍ਹਾਂ ਪਹਿਲੇ ਬੇਨਤੀ ਕੀਤੀ ਹੈ ਕਿ ਕੁਝ ਇੱਕ ਸਾਖੀਆਂ ਪ੍ਰਚਲਿਤ ਹੋ ਜਾਂਦੀਆਂ, ਕੁਝ ਇਤਿਹਾਸਕ ਵੀ ਹੋ ਸਕਦੀਆਂ ਨੇ ਗੱਲਾਂ ਤੇ ਕੁਝ ਮਿਥਿਹਾਸਕ ਵੀ ਹੋ ਸਕਦੀਆਂ ਨੇ। ਪਰ ਬਹੁਤੀ ਵਾਰੀ ਕੀ ਦੇਖਣ ਚ ਆਇਆ ਕਿ ਕਥਾ ਨੂੰ ਰੋਚਕ ਬਣਾਉਣ ਦੇ ਲਈ ਕੁਝ ਇਹੋ ਜਿਹੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ ਜਿਹਦੇ ਨਾਲ ਸੰਗਤਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਜਾ ਸਕੇ। ਹੁਣ ਪਿਛਲੇ ਕੁਝ ਸਮੇਂ ਤੋਂ ਆਪਾਂ ਦੇਖਦੇ ਹਾਂ ਵੀ ਕੇਵਲ ਕਥਾਕਾਰ ਨਹੀਂ, ਜਿਹੜੇ ਕੀਰਤਨ ਕਰਨ ਵਾਲੇ ਨੇ, ਕਈ ਤਾਂ ਜਿਹੜੇ ਕੀਰਤਨੀ ਸਿੰਘ ਨੇ, ਉਹ ਕੀਰਤਨ ਤੇ ਘੱਟ ਟਾਈਮ ਦਿੰਦੇ ਨੇ ਤੇ ਵਿਆਖਿਆ ਤੇ ਜ਼ਿਆਦਾ ਟਾਈਮ ਦਿੰਦੇ ਨੇ। ਜਦ ਕਿ ਕੋਈ ਹਰਜ ਨਹੀਂ ਹੈ, ਪਰ ਫਿਰ ਵੀ ਕੋਸ਼ਿਸ਼ ਹੋਣੀ ਚਾਹੀਦੀ ਹੈ ਜਿਹੜੇ ਕਥਾਕਾਰ ਨੇ ਉਧਰ ਸਪੈਸ਼ਲਾਈਜ਼ ਹੋਣ, ਜਿਹੜੇ ਕੀਰਤਨ ਵਾਲੇ ਉਧਰ ਸਪੈਸ਼ਲਾਈਜ਼ ਹੋਣ। ਹੁੰਦਾ ਕੀ ਹੈ ਕਿ ਜਿਸ ਵੇਲੇ ਇਹ ਕੰਨਰਸ ਪੈਦਾ ਕਰਨ ਲਈ ਅਸੀਂ ਸਾਖੀਆਂ ਸੁਣਾਉਂਦੇ ਹਾਂ ਤਾਂ ਕਈ ਐਸੀਆਂ ਗੱਲਾਂ ਵੀ ਆ ਜਾਂਦੀਆਂ ਨੇ ਜਿਹੜੀਆਂ ਗੁਰਮਤ ਦੇ ਨਾਲ ਮੇਲ ਨਹੀਂ ਖਾਂਦੀਆਂ ਤੇ ਸੰਗਤਾਂ ਵਿੱਚ ਭੁਲੇਖਾ ਪੈਦਾ ਕਰਦੀਆਂ। ਐਸੀ ਇੱਕ ਸਾਡੇ ਕੋਲ ਸਵਾਲ ਆਇਆ ਕਿ ਇਹ ਬੜਾ ਪ੍ਰਸਿੱਧ ਹੈ, ਆਮ ਪ੍ਰਚਲਿਤ ਹੈ ਕਿ 6ਵੇਂ ਪਾਤਸ਼ਾਹ ਜੀ ਦੇ ਕੋਲ ਆ ਕੇ ਬੀਬੀ ਸੁਲੱਖਣੀ ਨੇ ਅਰਦਾਸ ਕੀਤੀ ਕਿ ਮੇਰੇ ਘਰ ਬੱਚਾ ਕੋਈ ਨਹੀਂ ਹੈ, ਪੁੱਤਰ ਨਹੀਂ ਹੈ, ਤੇ ਪੁੱਤਰ ਦੀ ਦਾਤ ਦਿਓ। ਤੋ ਜੋ ਮਤਲਬ ਪ੍ਰਚਲਿਤ ਸੁਣਾਇਆ ਜਾਂਦਾ ਹੈ ਉਹਦੇ ਮੁਤਾਬਕ ਗੁਰੂ ਸਾਹਿਬ ਨੇ ਉਹਨੂੰ ਫਿਰ ਕਾਗਜ਼ ਤੇ ਲਿਖ ਕੇ ਏਕਾ ਪਾਇਆ, ਘੋੜੇ ਦਾ ਸੁੰਭ ਹਿਲ ਗਿਆ, ਇੱਕ ਦਾ 7 ਬਣ ਗਿਆ, ਉਹਨੇ ਕਿਹਾ ਜਾ ਤੇਰੇ 7 ਪੁੱਤਰ ਹੋਣ। ਤੋ ਇਹਦੇ ਬਾਰੇ ਸਾਨੂੰ ਸਵਾਲ ਆਇਆ ਹੈ ਇੱਕ ਬੀਬੀ ਨੀਲ ਕਮਲ ਕੌਰ ਦਾ, ਬਈ ਤੁਸੀਂ ਦੱਸੋ ਵੀ ਇਹ ਗੁਰਮਤ ਅਨੁਸਾਰ ਇਹ ਗੱਲ ਠੀਕ ਹੈ ਜਾਂ ਨਹੀਂ। ਮੈਂ ਬੇਨਤੀ ਕਰ ਰਿਹਾ ਵੀਰ ਤੇਜਿੰਦਰ ਸਿੰਘ ਜੀ ਨੂੰ ਵੀ ਕਿਰਪਾ ਕਰਕੇ, ਕਿਉਂਕਿ ਇਸ ਸਾਖੀ ਬਾਰੇ ਪ੍ਰਚਲਿਤ ਵੀ ਬੜੀ ਹੈ ਤੇ ਕਨਫਿਊਜ਼ਨ ਵੀ ਹੈ, ਤੇ ਕਿਰਪਾ ਕਰਕੇ ਇਹਦੀ ਖੋਲ ਕੇ ਸਾਨੂੰ ਵਰਣਨ ਕਰੋ ਜੀ। ਵੀਰ ਤੇਜਿੰਦਰ ਸਿੰਘ ਜੀ, ਅਨਮਿਊਟ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਜਿਹੜੀ ਹੈ ਕੁਐਸਚਨ ਪੁੱਛਿਆ ਹੈ ਬੀਬੀ ਸੁਲੱਖਣੀ ਜੀ ਦੇ ਬਾਰੇ। ਅਸੀਂ ਵੀ ਜਦੋਂ ਬਚਪਨ ਵਿੱਚ ਗੁਰਦੁਆਰੇ ਵਿੱਚ ਸਾਖੀਆਂ ਸੁਣਦੇ ਸੀ ਤੇ ਇਸੇ ਤਰੀਕੇ ਨਾਲ ਹੀ ਸਾਨੂੰ ਵੀ ਸਾਖੀਆਂ ਸੁਣਾਈਆਂ ਜਾਂਦੀਆਂ ਸਨ। ਲੇਕਿਨ ਜਦੋਂ ਥੋੜੇ ਜਿਹੇ ਸਮਝ ਆਈ ਬਈ ਗੁਰੂ ਦਾ ਜੋ ਰੋਲ ਹੈ, ਅਕਾਲ ਪੁਰਖ ਦੇ ਨਾਲ ਜੋ ਗੁਰੂ ਦਾ ਸੰਬੰਧ ਹੈ, ਸਾਰੀਆਂ ਦਾਤਾਂ ਜਿਹੜੀਆਂ ਹਨ ਉਹ ਅਕਾਲ ਪੁਰਖ ਦੇ ਆਪਣੇ ਵਾਸਨ। ਸਭ ਨਿਦਾਨ 10 ਅਸ਼ ਸਿਧਾਨ, ਠਾਕੁਰ ਕਰ ਤਰ ਧਰਿਆ, ਜਨ ਨਾਨਕ ਬਲ ਬਲ ਸਤਬਲ ਜਾਈਏ, ਫਿਰ ਅੰਤ ਨਾ ਪਾਰਾ ਵਰਿਆ। ਇੱਕ ਗੱਲ ਅਸੀਂ ਸਮਝ ਲਈਏ ਕਿ ਜੋ ਸਿੱਖੀ ਦਾ ਸਿਧਾਂਤ ਹੈ ਉਹ ਅਕਾਲ ਪੁਰਖ, ਉਸ ਤੋਂ ਬਾਅਦ ਗੁਰੂ ਸਤਿਗੁਰੂ, ਉਸ ਤੋਂ ਬਾਅਦ ਸਾਧ ਸੰਗਤ ਔਰ ਫਿਰ ਸਿੱਖ ਹੈ। ਤੋ ਇਸ ਸੀਕੁਐਂਸ ਦੇ ਵਿੱਚ ਸਿੱਖ ਨੇ ਜੋ ਵੀ ਪ੍ਰਾਪਤ ਕਰਨਾ ਹੈ, ਸਾਧ ਸੰਗਤ ਦੇ ਵਿੱਚ ਜੁੜ ਕਰਕੇ ਅਕਾਲ ਪੁਰਖ ਨੂੰ ਅਰਦਾਸ ਕਰਨੀ ਹੈ ਕਿ ਸਾਨੂੰ ਗੁਰੂ ਮਿਲਾਓ। ਫਿਰ ਅਕਾਲ ਪੁਰਖ ਟੁੱਟਦਾ ਹੈ ਤੇ ਗੁਰੂ ਨੂੰ ਮਿਲਾ ਦਿੰਦਾ ਹੈ। ਫਿਰ ਗੁਰੂ ਸਿੱਖ ਦੇ ਜਿਹੜੇ ਕਰਮ ਹਨ, ਜਿਸ ਤਰ੍ਹਾਂ ਉਹ ਨਾਮ ਜਪਦਾ ਹੈ, ਸੇਵਾ ਕਰਦਾ ਹੈ, ਸਿਮਰਨ ਕਰਦਾ ਹੈ, ਉਸ ਨਾਲ ਟੁੱਟ ਕੇ ਉਹ ਅਕਾਲ ਪੁਰਖ ਨੂੰ ਮਨਾਉਂਦਾ ਹੈ। ਤੋ ਇੱਥੋਂ ਗੱਲ ਸਾਨੂੰ ਇਹ ਸਪਸ਼ਟ ਹੋ ਗਈ ਕਿ ਸਿੱਖ ਦਾ ਸੰਬੰਧ ਜਿਹੜਾ ਹੈ ਅਕਾਲ ਪੁਰਖ ਨਾਲ ਸਤਿਗੁਰ ਦੇ ਥਰੂ ਹੈ। ਤੇ ਸਤਿਗੁਰ ਜਿਹੜਾ ਹੈ ਉਹ, ਕਿਉਂਕਿ ਅਕਾਲ ਪੁਰਖ ਦਾ ਸਰੂਪ ਹੀ ਹੈ ਇਸ ਮਾਤਲੋਕ ਦੇ ਵਿੱਚ, ਤੇ ਜੋ ਵੀ ਸਿੱਖ ਨੇ ਮੰਗਣਾ ਹੈ ਉਹ ਸਤਿਗੁਰ ਤੋਂ ਮੰਗਣਾ ਹੈ। ਸਤਿਗੁਰ ਦਾਤਾ ਦਿਆਲ ਹੈ, ਜਿਸ ਨੂੰ ਦਇਆ ਸਦਾ ਹੋਏ, ਸਤਿਗੁਰ ਅੰਦਰੋਂ ਨਿਰਵੈਰ ਹੈ, ਸਭ ਦੇ ਕੇ ਬ੍ਰਹਮ ਇੱਕ ਸੋਏ। ਗੌੜੀ ਕੀ ਵਾਰ ਮਤਲਬ ਪਹਿਲਾ ਅੰਕ 302 ਦੇ ਉੱਪਰ ਸਤਿਗੁਰ ਜੀ ਨੇ ਸਾਨੂੰ ਇਹ ਸਮਝਾਇਆ ਹੈ, ਚੌਥੇ ਪਾਤਸ਼ਾਹ ਨੇ। ਫਿਰ ਅੱਗੋਂ ਸਾਨੂੰ ਸਮਝਾਉਂਦੇ ਨੇ ਕਿ ਸਤਿਗੁਰ ਨੂੰ ਜਿਹਾ ਕੋ ਇਛਦਾ, ਤੇਹਾ ਫਲ ਭਾਵੈ ਪਾਏ ਕੋਏ। ਕਿ ਜਿਸ ਤਰ੍ਹਾਂ ਦਾ ਵੀ ਸਤਿਗੁਰੂ, ਜਿਸ ਭਾਵਨਾ ਦੇ ਨਾਲ ਕੋਈ ਜੀਵ ਸਤਿਗੁਰ ਪਾਸ ਜਾਂਦਾ ਹੈ, ਉਸ ਨੂੰ ਉਹੋ ਜਿਹਾ ਫਲ ਮਿਲ ਜਾਂਦਾ ਹੈ। ਜ਼ਹਰਦਾਰੀ ਸਫਲ ਨਹੀਂ ਹੋ ਸਕਦੀ, ਭਾਵ ਹੋਰ ਕੋਈ ਤਰੀਕਾ ਜਿਹੜਾ ਹੈ ਧੱਕੇ ਨਾਲ ਕੋਈ ਚੀਜ਼ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਗੁਰੂ ਕੋਲੋਂ, ਸਿਰਫ ਅਰਦਾਸ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ। ਨਾਨਕ ਕਰਤਾ ਸਭ ਕੁਝ ਜਾਣਦਾ, ਜਦੋਂ ਕਿਛੁ ਗੁਝਾ ਨਾ ਹੋਏ। ਕਿ ਅਕਾਲ ਪੁਰਖ ਸਭ ਕੁਝ ਜਾਣਦਾ ਹੈ, ਉਸ ਤੋਂ ਕੁਝ ਗੁਝਾ ਨਹੀਂ ਰਿਹਾ ਜਾ ਸਕਦਾ। ਫਿਰ ਸਤਿਗੁਰੂ ਜੀ ਸਾਨੂੰ ਦੱਸਦੇ ਨੇ ਕਿ ਗੁਰ ਦਾਤਾ ਗੁਰ ਹਿਰਦੈ ਘਰ, ਗੁਰ ਦੀਪਕ ਤਹਿ ਲੋਏ। ਕਿ ਗੁਰੂ ਸਤਨਾਮ ਨਾਮ ਦੀ ਦਾਤ ਦੇਣ ਵਾਲਾ ਸਤਿਗੁਰੂ ਹੈ,
गुरु ठंड दा सोमा है, गुरु ही त्रिलोकी दी चानन कारण वाला है। अमृत पदार्थ नानका मन मानिया, सुख होए हे नानक कदे ना मुक्कन वाला। नाम रूप पदार्थ गुरु तो ही मिलता है, जिस दा मन गुरु विच पतीज जाए उस नूं सुख हो जाता है। तो अकाल पुरख सतगुरु नूं जो बख्शिशां कीतियां ने अकाल पुरख ने, जल ते थल कर थल ते कुआं कूप ते मेहर करावे। आप जिथे किसी चीज की अनहोंद होंदी है, उत्थे सतगुरु जुड़ी है कृपा करके उत्थे उस चीज कर सकता है। धरती ते आकाश चढ़ावे, चढ़े आकाश गिरावे, पेखारी ते राज करावे, राजा ते पेखारी, खल मूर्ख ते पंडित करबो, पंडित ते मुगदारी। तो ये सानू समझ आती है कि सतगुरु अगर दयाल हो जाता है तो सतगुरु होए दयाल पौड़ी मांझ की वार गुरु नानक पातशाह की 149 अंक के उत्ते है। सतगुरु होए दयाल तो श्रद्धा पूरी है, सतगुरु होए दयाल ना कभू झूरी है, सतगुरु होए दयाल तो दुख ना जानी है, सतगुरु होए दयाल तो हर रंग माणी है। तो इस सारे शब्द भी सतगुरु को फरमाने, सतगुरु होए दयाल तो नवनीत पाई है, सतगुरु होए दयाल तो सच समाई है। सो सानू गुरबाणी अगवाई देती है कि सतगुरु समर्थ है, वो अकाल पुरख तो कोई भी चीज जी है वो प्राप्त करके गुरसिख नूं अगों बख्शिश कर सकता है। तो आओ हुण असी जिथे सतगुरु की असी रोल देखा कि सतगुरु का की रोल है, हुण उस साखी वाल परतीए जिस साखी का जिक्र जड़ा है आप जी ने पूछा है माई सुलखणी जी का। ये गुरु हरगोबिंद पातशाह जी के जीवन के नाल संबंधित है। असी काफ़ी कोशिश की है किताबों नूं घोखण की लभण की भी इसका कोई बैकग्राउंड निकल जाए। तो एक लिंक सानू मिलया है कि किताब डॉक्टर जोत सिंह जी ने श्रोमणी कमेटी वालों छपी है श्री गुरु हरगोबिंद साहब जी के नाम के उपर। उस दे विच इसका जिक्र होता है कि जिस वेले बाबा गुरदित्ता जी जो गुरु हरगोबिंद पातशाह के सब तो वड्डे पुत्र सन, उन्होंने घर जदों धीरमल जी का धीरमल का बच्चे का जन्म होया तो उदों गुरु हरगोबिंद पातशाह जी अमृतसर के लागे सन। तो उन्होंने उन्होंने बाबा गुरदित्ता जी नूं और उन्होंने धर्मपत्नी नूं बुलाया कि तुसीं मैनूं आ करके अमृतसर साहब मिलो। उत्थे वो मिलते हैं तो उत्थे मिलन तो बाद उन्होंने वो चोला पवाया जाता है तो नामकरण जड़ा है धीरमल गुरु हरगोबिंद पातशाह के उसका उत्थे रखते हैं। तो वो जो समा है जो धीरमल का जन्म होया वो 16 जनवरी 1600 जी है 27 का जड़ा अंक जड़ा सानू साल सन मिलता है उदों होया। तो इस तो भाव यह है कि उतों 10 जनवरी 1627 नूं धीरमल का जन्म होया है तो उत्थे उन्होंने धीरमल जिहड़े गुरदित्ता जी और नाल धीरमल नूं लै करके आए, गुरु साहब ने उसका नामकरण किया तो उन्होंने चोला पवाया। तो यह मतलब उस सन दे विच गुरु साहब जिहड़े हन अमृतसर के लागे सन। तो जो ਚੱਬਾ पिंड है वो अमृतसर तो तरन तारण वाली रोड के उत्ते तकरीबन 10-15 किलोमीटर का जोड़ा है वो सफ़र बनता है। तो उत्थे जिहड़े हन वो पहुँचते हैं। गुरु साहब उतों उस पासे वाल प्रचार करते हुए जाते हैं तो जदों उस ਚੱਬੇ पिंड ते पहुँचते हैं तो उत्थे जो सचित्र जीवन साखियां गुरु हरगोबिंद साहब जी दियां ना ਉਹਦੇ ਵਿੱਚ ਦੱਸਿਆ ਜਾਂਦਾ ਹੈ कि एक दिन एक ਪਿੰਡ ਵੱਲ ਜਦੋਂ ਗਏ ਸੰਨ ਦਾ मैं जिक्र कर दिता है उस संन ਦੇ ਵਿੱਚ जिस माई जिसका नाम सुलखणी सी गुरु जी ਨੂੰ घेर खलोती ਤੇ माता सुलखणी चंबे पिंड ਦੀ एक जटी ਸੀਗੀ ਤੇ ਉਹ अच्छे घराने ਨਾਲ संबंध रखती सी पर उसकी कोई औलाद नहीं सी। ਤੇ उसने आ करके गुरु साहब ਨੂੰ ਜਿਹੜੀ ਬੇਨਤੀ ਕੀਤੀ। इस तो पहला वो गुरु साहब नूं मिलदी वो कई जगह के उपर कई पीरा फकीरां दे कोल जा करके अरजोई करती रही लेकिन उन्होंने उहदी झोली कितों नहीं भरी, उन्होंने दात कितों नहीं मिली। तो गुरु जी जदों शिकार खेडते हुए उस पासे वाल लंघे तो उन्होंने एक इस्त्री नूं हेठ लिखे भावर्स का पेंडू गीत गाउंदिया सुनिया। वो काले अते चिट्टी काले केसां अते चिट्टी पग वाले मेरा नाम सुलखणी है ते मैं ਚੱਬੇ पिंड दी च रहिंदी हां। हे सच्चे गुरु मेरी अरदास है मैं निसंतान हाँ मैनू संतान बख्श। तो अगों जो है इस पिंड दे विच अमृतसर तो तरन तारण वाली रोड जिहड़ी मैं दसी है उत्थे संगराना साहब गुरुद्वारा भी है जिथे गुरु जी ने शाही फौजा नाल लड़ाई के समय शहीद होए जिहड़े बहादुर सिंह सन उन्हां दी
याद विच एक स्थान भी बनाया सी। तो ये स्त्री एक जिमीदार की पत्नी सी, गुरु जी को इच्छा नाल आई ते गुरु जी ने उस उत्ते एक पुत्र दी किरपा जड़ी कीती। तो गुरु जी ने उस लई अरदास कीती ਅਤੇ ਬਾਅਦ ਵਿੱਚ ਉਸ ਨੂੰ 7 ਜਿਹੜੇ ਪੁੱਤਰ ਪ੍ਰਾਪਤ ਹੋਏ। ਤਾਂ ਉਹਨਾਂ ਦੇ ਵਿੱਚੋਂ ਭਾਈ ਰੂਪਾ ਜਿਹੜਾ ਹੈ ਉਹ ਸਿੱਖ ਇਤਿਹਾਸ ਦੇ ਵਿੱਚ ਕਾਫੀ ਮਸ਼ਹੂਰ ਹੋਏ ਹਨ। ਇਹ ਮਾਈ ਸੁਲੱਖਣੀ ਦੀ ਜਿਹੜੀ ਹੈ ਸੰਤਾਨ ਦੇ ਵਿੱਚੋਂ ਹੋਏ ਹਨ। ਤੋਂ ਅਸੀਂ ਇਸ ਸਾਖੀ ਦੇ ਵਿੱਚੋਂ ਇਹੀ ਗੱਲ ਲੱਭੀ ਹੈ ਕਿ ਇਹ ਜੋ ਜਿਵੇਂ ਵੀਰ ਰਾਜਾ ਸਿੰਘ ਜੀ ਨੇ ਕਿਹਾ ਹੈ ਕਿ ਉਹ ਬੜੇ ਰੋਚਕ ਕਥਾਕਾਰ ਰੋਚਕ ਬਣਾਉਣ ਵਾਸਤੇ ਉਹ ਕਈ ਚੀਜ਼ਾਂ ਐਡ ਕਰ ਦਿੰਦੇ ਨੇ ਮਸਾਲਾ, ਤੇ ਉਹਨਾਂ ਨੇ ਉਹਦੇ ਕੋਲੋਂ ਲਿਆ ਕਰਕੇ ਸ਼ਾਇਦ ਦੀ ਦੁਆਤ ਵੀ ਬੀਬੀ ਘਰੋਂ ਲੈ ਕੇ ਆਈ ਤੇ ਉਹ ਕਾਗਜ਼ ਵੀ ਲਿਆ ਤੇ ਗੁਰੂ ਸਾਹਿਬ ਲਿਖਣ ਲੱਗੇ ਤੇ ਘੋੜਾ ਜ਼ਿਆਦਾ ਸਿਆਣਾ ਨਿਕਲਿਆ ਤੇ 107 ਬਣ ਗਿਆ। ਤੋ ਇਹ ਸਭ ਰੋਚਕ ਚੀਜ਼ਾਂ ਨੇ, ਇਹਦਾ ਕੋਈ ਇਤਿਹਾਸਕ ਤੱਤ ਨਹੀਂ ਹੈ, ਨਾ ਹੀ ਇਹ ਗੁਰੂ ਦੀ ਬਖਸ਼ਿਸ਼ ਦੇ ਨਾਲ ਮੇਲ ਖਾਂਦਾ ਹੈ। ਤੋ ਅਸੀਂ ਇਸ ਸਾਖੀ ਤੋਂ ਇਹ ਸਿੱਖ ਸਕਦੇ ਹਾਂ ਕਿ ਗੁਰੂ ਨੇ ਬਖਸ਼ਿਸ਼ ਕੀਤੀ ਉਸ ਮਾਤਾ ਦੇ ਉੱਤੇ ਤੇ ਮਾਤਾ ਦੇ ਘਰ ਜਿਹੜੇ ਹਨ ਉਸ ਜਿਹੜੀ ਦਾਤ ਮਿਲੀ ਉਹਨਾਂ ਨੂੰ ਪੁੱਤਰਾਂ ਦੀ, ਤੇ ਇੰਨੀ ਸਾਖੀ ਜਿਹੜੀ ਹੈ ਔਰ ਉਸ ਦੇ ਅੱਗੋਂ ਪਰਿਵਾਰ ਵੀ ਜਿਹੜਾ ਚੱਲਦਾ ਰਿਹਾ। ਅਸੀਂ ਇੰਨੀ ਕੁ ਸਾਖੀ ਨੂੰ ਅਗਰ ਸਮਝ ਆਈਏ ਤੇ ਸਾਨੂੰ ਸਤਿਗੁਰ ਦੀ ਜਿਹੜੀ ਮਹਿਮਾ ਹੈ, ਸਤਿਗੁਰ ਦੀ ਬਖਸ਼ਿਸ਼ ਜਿਹੜੀ ਹੈ ਉਹ ਸਾਨੂੰ ਜਿਹੜੀ ਹੈ ਸਮਝ ਆ ਸਕਦੀ ਹੈ। ਔਰ ਹਰ ਸਿੱਖ ਨੂੰ ਆਪਣੇ ਗੁਰੂ ਦੇ ਅੱਗੇ ਆਪਣੀ ਜੋ ਵੀ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਗੁਰੂ ਦੇ ਅੱਗੇ ਅਰਦਾਸ ਕਰੋ ਤੇ ਗੁਰੂ ਸਮਰੱਥ ਹੈ, ਉਹ ਜ਼ਰੂਰ ਆਸਾਂ ਜਿਹੜੀਆਂ ਉਹ ਪੂਰੀਆਂ ਕਰ ਸਕਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸਿੰਘ ਜਿਹੜਾ ਇਤਿਹਾਸ ਸੁਣਾਉਣਾ ਨਾ ਇਹ ਸਭ ਤੋਂ ਔਖਾ ਵਿਸ਼ਾ ਹੈ। ਉਹਦਾ ਕਾਰਨ ਹੈ ਕਿ ਇਤਿਹਾਸ ਕਈਆਂ ਨੇ ਲਿਖਿਆ ਹੁੰਦਾ ਤੇ ਉਹਨਾਂ ਦੀ ਆਪਸ 'ਚ ਕਾਫੀ ਡਿਫਰੈਂਸ ਹੁੰਦੇ ਨੇ, ਡਿਫਰੈਂਸ ਆਫ ਓਪੀਨੀਅਨ ਵੀ ਹੁੰਦਾ। ਪਰ ਜਿਹਨੇ ਇਤਿਹਾਸ ਨੂੰ ਐਕਸਪਲੇਨ ਕਰਨਾ ਜਿਵੇਂ ਵੀਰ ਜੀ ਹੁਣੇ ਕੀਤਾ, ਉਹਨਾਂ ਨੂੰ ਇਸ ਕਰਕੇ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇੱਕ ਤੇ ਸੱਚਾਈ ਤੱਕ ਡੂੰਘਾਈ ਤੱਕ ਜਾਣਾ ਹੈ, ਦੂਸਰਾ ਇਹ ਹੈ ਕਿ ਨਾਲ ਇਹ ਵੀ ਖਿਆਲ ਰੱਖਣਾ ਕਿ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਜਾਂ ਸਾਨੂੰ ਲੱਭ ਰਹੀ ਹੈ ਆਇਆ ਉਹ ਗੁਰਆਸ਼ੇ ਅਨੁਸਾਰ ਵੀ ਹੈ ਕਿ ਨਹੀਂ, ਗੁਰਬਾਣੀ ਅਨੁਸਾਰ ਵੀ ਹੈ ਕਿ ਨਹੀਂ। ਤੋ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖ ਕੇ ਜਿਸ ਵੇਲੇ ਇਤਿਹਾਸਕ ਸਵਾਲਾਂ ਦਾ ਉੱਤਰ ਦੇਣਾ ਹੁੰਦਾ ਹੈ ਤਾਂ ਉਹਦੇ ਲਈ ਉੱਤਰ ਦੇਣ ਵਾਲੇ ਨੂੰ ਮਿਹਨਤ ਕਰਨੀ ਪੈਂਦੀ ਹੈ। ਵੀਰ ਤੇਜਿੰਦਰ ਸਿੰਘ ਜੀ ਦਾ ਧੰਨਵਾਦ ਹੈ, ਉਹਨਾਂ ਨੇ ਬੜੀ ਮਿਹਨਤ ਨਾਲ ਸਾਨੂੰ ਤਰੀਕ ਔਰ ਸਨ ਔਰ ਇਲਾਕਾ ਜਿਹੜਾ ਚੱਬਾ ਜਿਹੜਾ ਅੰਮ੍ਰਿਤਸਰ ਸਾਹਿਬ ਦੇ ਲਾਗੇ ਹੈ ਤਾਂ ਮਤਲਬ ਪੂਰੀ ਵਿਸਥਾਰ ਉਹਨਾਂ ਨੇ ਲਿਆ ਕੇ ਸਾਡੇ ਸਾਹਮਣੇ ਦੱਸੀ ਹੈ। ਸਾਧ ਸੰਗਤ ਮੈਂ ਬੇਨਤੀ ਕਰਦੇ ਹਾਂ ਕਿ ਠੀਕ ਹੈ ਅਸੀਂ ਦੁਨਿਆਵੀ ਲੋਕ ਹਾਂ, ਗ੍ਰਸਤੀ ਲੋਕ ਹਾਂ, ਸਾਡੀਆਂ ਮਨ 'ਚ ਮੰਗਾਂ ਆਉਂਦੀਆਂ ਤੇ ਅਸੀਂ ਗੁਰੂ ਕੋਲੋਂ ਹੀ ਮੰਗਣੀਆਂ ਨੇ, ਪਰ ਜਿਹੜੀ ਸਭ ਤੋਂ ਵੱਡੀ ਬਖਸ਼ਿਸ਼ ਗੁਰੂ ਕਰਦਾ ਨਾ ਉਹ ਸਤਿਗੁਰੂ ਸਿੱਖ ਕੇ ਬੰਧਨ ਕੱਟ ਗੁਰ ਕਾ ਸਿੱਖ ਬਿਕਾਰ ਤੇ ਹਟ। ਤੋਂ ਸਭ ਤੋਂ ਵੱਡੀ ਬਖਸ਼ਿਸ਼ ਤੇ ਇਹ ਹੈ ਕਿ ਸਾਡੇ ਸਤਿਗੁਰੂ ਸਾਨੂੰ ਵਿਕਾਰਾਂ ਤੋਂ, ਜਿਹੜੀ ਵਿਕਾਰਾਂ ਦੀ ਖਾਈ 'ਚ ਅਸੀਂ ਸਾਰੀ ਉਮਰ ਭਟਕਦੇ ਰਹਿੰਦੇ ਹਾਂ, ਉਹ 'ਚੋਂ ਸਾਨੂੰ ਕੱਢ ਲੈਣ, ਸਭ ਤੋਂ ਵੱਡੀ ਬਖਸ਼ਿਸ਼ ਹੈ। ਦੂਜੀ ਗੱਲ ਇਹ ਹੈ ਠੀਕ ਹੈ ਆਪਾਂ ਗੁਰੂ ਕੋਲ ਅਰਦਾਸ ਕਰਨੀ ਹੈ, ਕੋਈ ਵੀ ਮਨ 'ਚ ਇੱਛਾ ਆਏ ਕਿੱਥੇ ਜਾਈਏ, ਅਸੀਂ ਗੁਰੂ ਕੋਲ ਜਾਣਾ, ਜੀ ਕੀ ਬਿਰਥਾ ਹੋਏ ਗੁਰ ਪੈ ਅਰਦਾਸ ਕਰ। ਪਰ ਐਟ ਦੀ ਸੇਮ ਟਾਈਮ ਸਾਧ ਸੰਗਤ ਮੈਂ ਬੇਨਤੀ ਕਰਦੇ ਹਾਂ ਕਿ ਸਾਨੂੰ ਵਾਹਿਗੁਰੂ ਜੀ ਤੇ ਇੰਨਾ ਇਤਬਾਰ ਹੋਣਾ ਚਾਹੀਦਾ ਹੈ ਕਿ ਉਹਨਾਂ ਨੇ ਜੋ ਕੁਝ ਸਾਡੇ ਮਸਤਕ ਤੇ ਸਾਡੇ ਭਾਗਾਂ 'ਚ ਲਿਖਿਆ ਉਹ ਸਾਡੇ ਲਾਭ ਲਈ ਲਿਖਿਆ। ਭਾਵੇਂ ਦੁਨਿਆਵੀ ਅੱਖ ਨਾਲ ਸਾਨੂੰ ਉਹ ਠੀਕ ਨਾ ਵੀ ਲੱਗਦਾ ਹੋਵੇ ਨਾ, ਪਰ ਹੈ ਸਾਡੇ ਫਾਇਦੇ 'ਚ। ਤੋ ਇਸ ਕਰਕੇ ਸਤਿਗੁਰੂ ਕਿਰਪਾ ਕਰਨ ਕਿ ਸਾਡੀ ਸੋਚ ਐਡੀ ਉੱਚੀ ਹੋ ਜਾਏ ਕਿ ਸਾਡਾ ਟਰਸਟ ਕੌਨਫੀਡੈਂਸ ਵਾਹਿਗੁਰੂ ਜੀ ਵਿੱਚ ਇੱਦਾਂ ਹੋ ਜਾਏ ਕਿ ਉਹ ਗੁਰਬਾਣੀ 'ਚ ਜ਼ਿਕਰ ਵੀ ਆਉਂਦਾ ਹੈ ਕਿ ਜਿਸ ਵੇਲੇ ਢਾਡੀ ਨੂੰ ਬੁਲਾਇਆ ਤੇ ਉਹਨੇ ਢਾਡੀ ਨੇ ਗੁਰੂ ਦੇ ਦਰਸ਼ਨ ਕੀਤੇ ਤੇ ਢਾਡੀ ਕੋ ਮੰਗਣ ਚਿਤ ਨਾ ਆਵੇ, ਉਹ ਕਹਿੰਦਾ ਮੇਰੀ ਹੁਣ ਤ੍ਰਿਪਤੀ ਹੋ ਗਈ, ਹੁਣ ਮੰਗਣ ਦੀ ਕੋਈ ਲੋੜ ਹੀ ਨਹੀਂ। ਤੋ ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਸਾਡੀ ਲਿਵ ਜੁੜ ਜਾਏ, ਸਤਿਗੁਰੂ ਕਿਰਪਾ ਕਰਨ, ਵਾਹਿਗੁਰੂ ਨਾਲ ਲਿਵ ਜੁੜ ਜਾਏਗੀ ਤਾਂ ਫਿਰ ਕਰ ਸੇਵਾ ਗੁਰ ਪਾਰ ਬ੍ਰਹਮ ਭੁੱਖ ਰਹਿ ਨਾ ਕਾਇ। ਇਸ ਦੁਨਿਆਵੀ ਭੁੱਖਾਂ ਜਿਹੜੀਆਂ ਨੇ ਆਪੇ ਖਤਮ ਹੋ ਜਾਂਦੀਆਂ ਨੇ। ਕਿਉਂ? ਕਿਉਂਕਿ ਸਤਿਗੁਰੂ ਸਾਡਾ ਪਿਤਾ ਹੈ ਤੇ ਉਹ ਸਾਡੀ ਹਰ ਜਿਹੜੀ ਸਾਡੀ ਲੋੜ ਹੈ ਜਾਂ ਸਾਡੀ ਮੁਸ਼ਕਲ ਹੈ, ਮੁਸੀਬਤ ਹੈ, ਉਹਨੂੰ ਜਾਣਦਾ ਵਾਹਿਗੁਰੂ, ਔਰ ਉਹਦਾ ਹੱਲ ਵੀ ਵਾਹਿਗੁਰੂ ਕੋਲ ਹੀ ਹੈ। ਇੰਨਾ ਕੌਨਫੀਡੈਂਸ ਲੈਵਲ ਸਾਨੂੰ ਜੇ ਵੱਧ ਜਾਏ ਤਾਂ ਮੈਂ ਸਮਝਾਂ ਵੀ ਅਸੀਂ ਬੜੇ ਭਾਗਾਂ ਵਾਲੇ ਹੋਵਾਂਗੇ। ਆਓ ਸਤਿਗੁਰੂ ਕੋਲ ਆਪਾਂ ਇਹੀ ਅਰਦਾਸ ਕਰਿਆ ਕਰੀ ਕਿ ਸਤਿਗੁਰੂ ਜੀ ਕਿਰਪਾ ਕਰੋ ਕਿ ਸਾਡਾ ਇੰਨਾ ਕੌਨਫੀਡੈਂਸ ਲੈਵਲ ਵਧਾ ਦਿਓ ਕਿ ਸਾਨੂੰ ਪਤਾ ਤੁਸੀਂ ਜੋ ਚਾਹੀਦੇ ਆਪਣੇ ਆਪ ਦੇ ਦੇਣਾ। ਛੋਟੇ ਬੱਚੇ ਬਣ ਜਾਈਏ, 6 ਮਹੀਨੇ ਦਾ ਬੱਚਾ ਹੁੰਦਾ ਹੈ, 3 ਮਹੀਨੇ ਦਾ ਬੱਚਾ ਹੁੰਦਾ ਹੈ, ਉਹ ਕਦੀ ਕੁਛ ਨਹੀਂ ਮੰਗਦਾ, ਪਰ ਉਹਦੀ ਬੈਸਟ ਸਰਵਿਸ ਜਿਹੜੀ ਸਭ ਤੋਂ ਵਧੀਆ ਸੇਵਾ ਜਿਹੜੀ ਇੱਕ ਬੱਚੇ ਦੀ ਹੁੰਦੀ ਹੈ, ਕਿਉਂਕਿ ਮੰਗਦਾ ਕੁਛ ਨਹੀਂ। ਔਰ ਬਾਣੀ 'ਚ ਆਖਿਆ ਕਿ ਭੋਲੇ ਪਾਏ ਮਿਲੇ ਰਗਰਾਏ। ਤੋ ਆਓ ਸਤਿਗੁਰੂ ਕਿਰਪਾ ਕਰਨ, ਅਸੀਂ ਜੋ ਕੁਛ ਆਪਾਂ ਇਹ ਵੀਰਾਂ ਕੋਲੋਂ ਭੈਣਾਂ ਕੋਲੋਂ ਸੁਣਦੇ ਹਾਂ, ਗੁਰਬਾਣੀ ਸੁਣਦੇ ਹਾਂ,
ਇਹਦਾ ਸਾਡੇ ਮਨ ਤੇ ਇੰਨਾ ਅਸਰ ਹੋ ਜਾਏ ਕਿ ਸਾਡਾ ਜਿਹੜਾ ਥਿੰਕਿੰਗ ਲੈਵਲ ਹੈ ਉਹ ਉੱਚਾ ਹੋ ਜਾਏ। ਸਤਿਗੁਰੂ ਦੀ ਕਿਰਪਾ ਕਰਨ। ਔਰ ਮੈਨੂੰ ਆਸ ਹੈ ਵੀ ਜੇ ਆਪਾਂ ਇੱਦਾਂ ਹੀ ਲੱਗੇ ਰਹੇ ਤੇ ਸਤਿਗੁਰੂ ਦੀ ਕਿਰਪਾ ਕਰਨਗੇ, ਕਿਉਂ ਨਾ ਕਰਨਗੇ, ਕਿਉਂਕਿ ਸਾਡਾ ਪਿਤਾ ਹੈ, ਸਾਡੀ ਗੱਲ ਜ਼ਰੂਰ ਮੰਨਣਗੇ। तो एक बार फिर वीर जी आप जी का धन्यवाद। तो आओ साथ संगत जी अगले सवाल वाल चलते हैं। अगला सवाल जिहड़ा वो डॉक्टर सुरिंदर सिंह जी ने भेजे है, जिहड़े खुद मैं जिस तरह पहले बेनती की है कि वो श्री गुरु ग्रंथ साहब जी दियां दूसरियां भाषावां विच ट्रांसलेशन करने लई इन्हां दी पूरी टीम बड़ी एक्टिव है, मदद कर रही है। सतगुरु इन्हां दी बख्शिश करने इन्हां ते ये काम जिहड़ा वो जल्दी तो जल्दी होवे। इंग्लिश ट्रांसलेशन आलमोस्ट इन्हां दी काफ़ी जिहड़ी है कंप्लीट हो गई। तो वो जिस वेले ट्रांसलेशन करते हैं तो जब उन्होंने भी कोई गल सामने आती है तो फिर क्वेश्चन के तौर पर भेजते हैं। ऐसा ही क्वेश्चन साढ़े को आया। असी आम तौर पर सुनते हैं कि फरीदा जो तै मारन मुक्कियां तिन्हां ने मारे घुम आप नड़े कर जाइए पैर तिन्हां दे चुम। हुण ये भी जिहड़ा श्लोक है फरीद साहब जी का बड़ा डूंगा श्लोक है और ये भी वख-वख टीकाकारां ने ये वख-वख अर्थ जिहड़े कीते ने। पर ਜਿਹੜਾ ਬਹੁਤ ਜ਼ਿਆਦਾ ਗੁਰਮਤਿ ਦੇ ਨੇੜੇ ਹੈ ਉਹ ਕੀ ਹੋ ਸਕਦਾ ਹੈ। ਅਸੀਂ ਕੋਸ਼ਿਸ਼ ਕੀਤੀ ਹੈ ਤੇ ਮੈਂ ਬੇਨਤੀ ਕਰਾਂ ਵੀਰ ਜਗੀਰ ਸਿੰਘ ਜੀ ਨੂੰ ਵੀ ਆਪਣੇ ਅਨਮਿਊਟ ਕਰ ਲਓ ਤੇ ਇਹ ਸਵਾਲ ਤੁਸੀਂ ਸੁਣ ਲਿਆ, ਕਿਰਪਾ ਕਰਕੇ ਇਹਦਾ ਸਾਨੂੰ ਉੱਤਰ ਦੱਸੋ ਜੀ। ਫਰੀਦਾ ਜੋ ਤੈ ਮਾਰਨ ਮੁੱਕੀਆਂ ਤਿਨਾਂ ਨੇ ਮਾਰੇ ਘੁੰਮ ਆਪ ਜਿਹੜੇ ਕਰ ਜਾਈਏ ਪੈਰ ਤਿਨਾਂ ਦੇ ਚੋਂ। ਵੀਰ ਕੇਕਰ ਸਿੰਘ। ਹਾਂਜੀ ਅਨਮਿਊਟ ਕਰ ਲਓ ਜੀ। हाँ जी वीर जी, वाहिगुरू जी का खालसा वाहिगुरू जी की फतेह। हाँ वीर जी, जिहड़ा ये विषय अधीन श्लोक है ये बाबा फरीद जी के श्लोकों विचों जिन्हां दा सरलेख है श्लोक शेख फरीद के। सरलेख अधीन कुल 130 श्लोक हैं ते उन्हां विचों इस श्लोक का जो तरतीबवार नंबर है वो 7वां है ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ 1378 अंक ਤੇ ਦਰਜ ਹੈ। ਤੇ ਇਸ ਸ਼ਲੋਕ ਦਾ ਜੋ ਪਾਠ ਹੈ ਉਹ ਇਸ ਤਰ੍ਹਾਂ ਹੈ। ਫਰੀਦਾ ਜੋ ਤੈ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੇ ਘੁੰਮ ਆਪੜ ਨਾ ਕਰ ਜਾਈਏ ਪੈਰ ਤਿੰਨਾਂ ਦੇ ਚੁੰਮ। ਇਸ ਤੋਂ ਪਹਿਲਾਂ ਕਿ ਆਪਾਂ ਇਸ ਸ਼ਬਦ ਦੀ ਵਿਚਾਰ ਵਿਆਖਿਆ ਕਰੀਏ, मैं ये समझदा है कि इस श्लोक के नाल ही श्लोक नंबर 6वां भी विचार लिया जाए ताकि इस श्लोक नंबर 7 के जिहड़े अर्थ भाव है वो चंगी तरह स्पष्ट हो जान। अते श्लोक नंबर जो 6 है उसका पाठ इस तरह है। फरीदा जे तू अकल लतीफ काले लिख ना लेख आपड़ न गरीबान मैं सिर नीवा कर देख। फरीद जी फरमाते हैं, हे फरीद जी वो अपने मन नाल ही गल्लां करते हैं ते वो एक ढंग है दूजे नूं समझाउण दा। क्योंकि जे सीधी गल किसी नूं कही जाए तो कई बारी सुनने वाला महसूस करता है कि मैनूं ला के गल आखी गई है जां मैनूं ये गल चतारी गई है। जिन्नी भी बाणी है गुरु साहब भी अपने आप नूं विच रख के गल करते हैं। जिस तरह के नानक नीच कहे विचार, हालांकि नानक ना तो नीच हैं, इस करके वो सारी पौड़ी नीचा नाल संबंधित है तो गुरु साहब अपने आप नूं उन्हां विच शामिल कर लैंदे हैं। इस तरह ही इस श्लोक विच फरीद साहब अपने मन नाल गल्लां करदे हैं कि हे फरीद जे तू अपने आप नूं अति सियाणा भाव बरीक अकल वाला समझदा हां तां किसे दे औगण वेख के उस बारे काले भाव बुरे लेख ना लिख। कहण तो भाव ये कि किसे दूसरे दे औगणां नूं ना चितार। चंगा होवे जे तू अपने गरीबान में भाव अपने अंदर झाती मार के देखें कि तेरे अंदर औगण तो नहीं हैं, भाव तू अपनी स्वै पड़चोल कर। सो इस तरह हुण आपां जिहड़ा श्लोक नंबर 7 है उसकी विचार करते हैं। फरीदा जो तै मारन मुक्कियां तिन्हां ना मारे घुम आपड़ न कर जाइए पै तिन्हां दे चुम।
ਇੱਥੇ ਦੋ ਜਿਹੜੇ ਇਹਦੇ ਵਿੱਚ ਸ਼ਬਦ ਆਏ ਹੈ, ਇੱਕ ਮੁੱਕੀਆਂ ਤੇ ਇੱਕ ਘੁੰਮ। ਜੇ ਸਾਹਮਣਿਓਂ ਕੋਈ ਚੀਜ਼ ਮਾਰੀ ਜਾਵੇ ਤੇ ਫਿਰ ਘੁੰਮ ਕੇ ਉਹਨੂੰ ਮਾਰਨ ਦੀ ਲੋੜ ਨਹੀਂ ਪੈਂਦੀ। ਇਹ ਅਸਲ ਇਹ ਹੈ ਵੀ ਪਿੱਛੋਂ ਕੋਈ ਮਾਰ ਰਿਹਾ। ਜਿਵੇਂ ਫਰੀਦ ਜੀ ਇਹ ਕਹਿ ਰਿਹਾ ਹੈ ਵੀ ਹੇ ਫਰੀਦ ਜੀ, ਤੈਨੂੰ ਜਿਹੜੇ ਕੋਈ ਪਿੱਛੋਂ ਮਾਰ ਰਿਹਾ ਹੈ, ਤੂੰ ਆਪਣਾ ਮੂੰਹ ਭੁਆ ਕੇ ਘੁੰਮ ਕੇ ਪਰਤ ਕੇ ਉਹਨਾਂ ਨੂੰ ਨਹੀਂ ਮਾਰਨਾ, ਭਾਵ ਉਹਨਾਂ ਤੋਂ ਬਦਲਾ ਨਹੀਂ ਲੈਣਾ। ਇਹ ਇਸ ਤਰ੍ਹਾਂ ਹੀ ਹੈ ਜਿਵੇਂ ਕੋਈ ਕਿਸਾਨ ਆਪਣੇ ਬਲਦਾਂ ਨੂੰ ਹਲ ਜੋੜ ਕੇ ਜਾਂ ਕੋਈ ਗੱਡਾ ਲੈ ਕੇ ਜਾਂ ਉਠ ਨੂੰ ਜਾਂ ਕੋਈ ਵੀ ਆਪਣੇ ਪਸ਼ੂ ਲੈ ਕੇ ਰਸਤੇ ਤੇ ਤੁਰਿਆ ਜਾਂਦਾ ਹੈ, ਤੇ ਜਿਹੜੇ ਪਸ਼ੂ ਹੁੰਦੇ ਹੈ ਉਹ ਆਸੇ ਪਾਸੇ ਸੱਜੇ ਖੱਬੇ ਕੋਈ ਹਰਿਆਲੀ ਦੇਖ ਕੇ ਜਾਣ ਦੀ ਕੋਸ਼ਿਸ਼ ਕਰਦੇ ਹੈ, ਤੇ ਜਿਹੜੇ ਉਹਨਾਂ ਦਾ ਮਾਲਕ ਹੁੰਦਾ ਹੈ ਉਹ ਇੱਕ ਪੋਲਾ ਜਾਂ ਛਾਂਟਾ ਮਾਰ ਦਿੰਦਾ ਹੈ। ਉਹਦਾ ਭਾਵ ਇਹੀ ਹੁੰਦਾ ਵੀ ਭਾਈ ਤੁਸੀਂ ਸੱਜੇ ਖੱਬੇ ਨਹੀਂ ਜਾਣਾ, ਸਿੱਧੇ ਰਸਤੇ ਤੇ ਤੁਰੇ ਚੱਲੋ। ਉਸ ਮਾਲਕ ਦਾ ਇਹ ਕਦੇ ਵੀ ਨਹੀਂ ਭਾਵ ਹੁੰਦਾ ਕਿ ਉਹ ਆਪਣੇ ਪਸ਼ੂਆਂ ਦਾ ਕੋਈ ਨੁਕਸਾਨ ਕਰੇ ਜਾਂ ਉਹਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰੇ। ਫਰੀਦ ਸਾਹਿਬ ਵੀ ਇਹੀ ਕਹਿ ਰਹੇ ਆ, ਹੇ ਫਰੀਦ ਜੀ, ਜਿਹੜੇ ਤੇਰੇ ਪਿੱਛੇ ਆ ਰਹੇ ਹਨ, ਭਾਵ ਤੇਰੇ ਰਸਤੇ ਦੇ ਪੰਥੀ ਹਨ, ਤੇਰੇ ਨਾਲ ਚੱਲ ਰਹੇ ਹਨ, ਉਹ ਤਾਂ ਤੈਨੂੰ ਸੁਚੇਤ ਕਰ ਰਹੇ ਹਨ ਬਲਕਿ ਵੀ ਤੂੰ ਸੱਜੇ ਖੱਬੇ ਕਿਤੇ ਨਹੀਂ ਜਾਣਾ, ਬਲਕਿ ਆਪਣੀ ਮੰਜ਼ਿਲ ਪ੍ਰਾਪਤ ਕਰਨ ਵਾਸਤੇ ਇਸ ਰਸਤੇ ਤੇ ਸਿੱਧੇ ਤੁਰੇ ਜਾਣਾ ਹੈ। ਸੋ ਇਹਦੇ ਹੱਥ ਇਸ ਤਰ੍ਹਾਂ ਹੀ ਬਣਦੇ ਹਨ ਜੀ। ਹੇ ਫਰੀਦ ਜੀ, ਜੋ ਤੈਨੂੰ ਪਿੱਛੋਂ ਮੁੱਕੀਆਂ ਮਾਰਦੇ ਹਨ, ਤੂੰ ਘੁੰਮ ਕੇ ਭਾਵ ਪਰਤ ਕੇ ਉਹਨਾਂ ਤੋਂ ਬਦਲਾ ਨਾ ਲਵੀਂ, ਜਿਵੇਂ ਕਿ ਆਮ ਮਨੁੱਖ ਕਰਦਾ ਹੈ। ਆਮ ਮਨੁੱਖ ਦੀ ਇਹ ਫਿਤਰਤ ਹੈ ਕਿ ਜੇ ਕੋਈ ਉਸਦੇ, ਜਿਵੇਂ ਇੱਕ ਕਹਾਵਤ ਹੈ ਨਾ ਵੀ ਜੇ ਕੋਈ ਇੱਕ ਮਾਰੇ ਤੇ ਅੱਗੇ ਦੋ ਮਾਰੋ, ਪਰ ਬਾਬਾ ਫਰੀਦ ਜੀ ਇਹਦੇ ਉਲਟ ਸੋਚ ਰਹੇ ਹਨ ਕਿ ਇਹ ਫਰੀਦ ਜੀ, ਤੁਸੀਂ ਉਹਨਾਂ ਤੋਂ ਬਦਲਾ ਨਹੀਂ ਲੈਣਾ। ਕਿਉਂਕਿ ਉਹ ਤੇਰਾ ਨੁਕਸਾਨ ਨਹੀਂ ਕਰ ਰਹੇ ਹਨ, ਬਲਕਿ ਉਹ ਤਾਂ ਤੈਨੂੰ ਸੁਚੇਤ ਕਰ ਰਹੇ ਹਨ। ਸੁਚੇਤ ਕਦੋਂ ਕੀਤਾ ਜਾਂਦਾ? ਜਦੋਂ ਕੋਈ ਬੰਦਾ ਆਲਸ ਕਰੇ ਜਾਂ ਉਹਦੇ ਵਿੱਚ ਕੋਈ ਕਮਜ਼ੋਰੀ ਆ ਜਾਵੇ, ਉਹਦਾ ਮਨ ਕਮਜ਼ੋਰੀ ਦਿਖਾਵੇ, ਜਾਂ ਕਿ ਮਤਲਬ ਅਗਿਆਨਤਾ ਦੇ ਵਿੱਚ ਚਲਾ ਜਾਵੇ। ਤੇ ਕਈ ਵਾਰੀ ਸਾਨੂੰ ਹੁੰਦਾ ਵੀ ਇਹ ਕੰਮ ਕਰਨਾ ਜਾਂ ਨਹੀਂ ਕਰਨਾ, ਅਗਿਆਨਤਾ ਕਰਕੇ ਸਾਨੂੰ ਨਹੀਂ ਪਤਾ ਹੁੰਦਾ। ਤੇ ਸਾਡੇ ਜਿਹੜੇ ਮਿੱਤਰ ਪਿਆਰੇ ਦੋਸਤ, ਜਿਵੇਂ ਗੁਰੂ ਸਾਹਿਬਾਨ ਤੇ ਹੋਰ ਸੰਤ ਪਿਆਰੇ, ਉਹ ਸਾਨੂੰ ਇਹ ਸਿੱਖਿਆ ਦਿੰਦੇ ਆ ਭਾਈ ਇਸ ਮਾਰਗ ਤੇ ਨਹੀਂ ਜਾਣਾ, ਇਹ ਮਾਰਗ ਤੇ ਜਾਣਾ ਹੈ। ਇਹ ਸੁਚੇਤ ਕਰਨ ਦਾ ਇੱਕ ਢੰਗ ਹੈ। ਜਿਵੇਂ ਕਿ ਆਮ ਮਨੁੱਖ ਕਰਦਾ ਹੈ, ਬਦਲਾ ਲੈਣ ਦੀ ਬਜਾਏ ਉਹਨਾਂ ਦਾ ਸ਼ੁਕਰਾਨਾ ਧੰਨਵਾਦ ਕਰੀ, ਕਿਉਂਕਿ ਉਹਨਾਂ ਦੇ ਪੈਰ ਚੁੰਮ ਕੇ ਇਹ ਫਰੀਦ ਆਪਣੇ ਘਰ ਭਾਵ ਆਪਣੀ ਮੰਜ਼ਿਲ ਤੇ ਪਹੁੰਚ ਜਾਈਦਾ ਹੈ ਅਤੇ ਸਹਿਜ ਅਵਸਥਾ ਵਿੱਚ ਟਿਕ ਜਾਈਦਾ ਹੈ। ਜੇ ਆਪਾਂ ਕੇਵਲ ਟੂਕ ਮਾਤਰ ਇਹਦੇ ਨਾਲ ਅਗਲਾ ਸ਼ਲੋਕ ਜਿਹੜਾ 8ਵਾਂ ਹੈ, ਉਹ ਬਿਲਕੁਲ ਇਹਦੀ ਪੜਚੋਲ ਕਰਦਾ ਹੈ। ਫਰੀਦਾ ਜਾਂ ਤੋਂ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਉ। ਹੇ ਫਰੀਦ ਜੀ, ਤੇਰਾ ਹੁਣ ਇਸ ਮਾਰਗ ਤੇ ਚੱਲਣ ਦਾ ਟਾਈਮ ਸੀ, ਕੁਝ ਨਾ ਕੁਝ ਪ੍ਰਾਪਤੀ ਕਰਨ ਦਾ ਟਾਈਮ ਸੀ। ਤੂੰ ਦੁਨੀਆ ਦੇ ਰੰਗਾਂ ਦੇ ਵਿੱਚ ਲੱਗ ਗਿਆ, ਦੁਨੀਆ ਦੇ ਪ੍ਰੇਮ ਵਿੱਚ ਪੈ ਗਿਆ। ਭਾਵ ਇਸ ਤਰ੍ਹਾਂ ਹੀ ਹੈ ਵੀ ਜਿਹੜੇ ਸਾਡੇ ਗੁਰਮੁਖ ਪਿਆਰੇ ਹੈ, ਉਹ ਸੁਚੇਤ ਕਰਦੇ ਆ ਇੱਕ ਰਸਤੇ ਤੇ ਚੱਲਣ ਵਾਲੇ ਸਾਰੇ ਪਾਂਧੀ ਕਿ ਸਾਡੇ ਵਿੱਚ ਕੋਈ ਊਣਤਾਈ, ਸਾਡੀ ਕੋਈ ਕਮਜ਼ੋਰੀ ਨਾ ਆ ਜਾਵੇ। ਤੇ ਇਸ ਕਰਕੇ ਸਾਨੂੰ ਤਾਂ ਉਹਨਾਂ ਦਾ ਸ਼ੁਕਰਾਨਾ ਹੀ ਕਰਨਾ ਚਾਹੀਦਾ ਹੈ, ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ। ਸੋ ਪੈਰ ਚੁੰਮਣ ਤੋਂ ਭਾਵ ਇਹ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਨੇ ਵੀ ਅਸਲ ਮਿੱਤਰ ਉਹ ਹੈ ਜਿਹੜਾ ਤੁਹਾਡੀ ਕਮਜ਼ੋਰੀ ਤੁਹਾਡੇ ਸਾਹਮਣੇ ਲਿਆਵੇ। ਜਿਹੜਾ ਤੁਹਾਡੀ ਕਮਜ਼ੋਰੀ ਤੁਹਾਡੇ ਸਾਹਮਣੇ ਨਹੀਂ ਲਿਆਉਂਦਾ, ਕਿਉਂਕਿ ਮਨੁੱਖ ਜਿਹੜਾ ਮਨੁੱਖੀ ਫਿਤਰਤ ਹੈ, ਇਹਦੇ 'ਚ ਬੜੀਆਂ ਕਮਜ਼ੋਰੀਆਂ ਹੁੰਦੀਆਂ ਨੇ। ਕੋਈ ਵਿਰਲੇ ਬਚੇ ਹੋਣਗੇ, ਉਹ ਤਾਂ ਉਹ ਨੇ ਜਿਹਨਾਂ ਦੀ ਜੋਤ ਬਿਲਕੁਲ ਵਾਹਿਗੁਰੂ ਜੀ ਨਾਲ ਪਿੰਨ ਨੇ, ਵਰਨਾ ਸੰਸਾਰ 'ਚ ਰਹਿੰਦੇ ਹਨ। ਪਰ ਅਸਲ ਮਿੱਤਰ ਉਹ ਹੈ ਜਿਹੜਾ ਤੁਹਾਨੂੰ ਤੁਹਾਡੀ ਗਲਤੀ ਦੱਸੇ, ਨਹੀਂ ਤੇ ਚਾਪਲੂਸਾਂ ਦੀ ਤੇ ਕੋਈ ਗਿਣਤੀ ਨਹੀਂ ਹੈ। ਸੋ ਇਸ ਕਰਕੇ ਚਾਪਲੂਸੀ ਤੋਂ ਬਚਣਾ ਚਾਹੀਦਾ। ਜੇਕਰ ਕੋਈ ਸਾਡੀ ਸਹੀ ਕ੍ਰਿਟਿਸਿਜ਼ਮ ਕਰਦਾ, ਸਾਡਾ ਕੋਈ ਨੁਕਤਾਚੀਨੀ ਕਰਦਾ ਜਿਹੜੀ ਸਹੀ ਹੈ, ਤਾਂ ਉਹ ਸਾਡੀ ਬਿਹਤਰੀ ਲਈ, ਤਾਂ ਜੇ ਅੱਗੇ ਤੋਂ ਅਸੀਂ ਉਹ ਕੰਮ ਨਾ ਕਰੀਏ। ਕੁਝ ਇਹੋ ਜਿਹਾ ਵਿਚਾਰ ਵੀਰ ਕਿੱਕਰ ਸਿੰਘ ਜੀ ਨੇ ਇਸ ਜਿਹੜਾ ਸਵਾਲ ਹੈ, ਜਿਹੜਾ ਸ਼ਲੋਕ ਹੈ, ਫਰੀਦਾ ਜੋ ਤੈ ਮਾਰਨ ਮੁੱਕੀਆਂ ਤਿੰਨਾਂ ਮਾਰੇ ਘੁੰਮ, ਤੇ ਸਾਨੂੰ ਉਹਨਾਂ ਨੇ ਦੱਸਿਆ ਕਿ ਜਿਹੜੇ ਸਾਨੂੰ ਚੰਗੇ ਰਸਤੇ ਤੇ ਚਲਾਉਣ ਲਈ ਆਪਣੀ ਕੋਸ਼ਿਸ਼ ਕਰਦੇ ਨੇ, ਉਹਨਾਂ ਨੂੰ ਤੂੰ ਉਹਨਾਂ ਦਾ ਸ਼ੁਕਰਾਨਾ ਕਰ। ਪੈਰ ਦੇ ਚੁੰਮਣ ਦਾ ਮਤਲਬ ਉਹਨਾਂ ਦਾ ਸ਼ੁਕਰਾਨਾ ਕਰ। ਤਾਂ ਫਿਰ ਮੈਂ ਬੇਨਤੀ ਕਰਦੇ ਹਾਂ ਕਿ ਅਸਲ ਮਿੱਤਰ ਉਹੀ ਹੈ ਜਿਹੜਾ ਸਾਨੂੰ ਸਾਡੀ ਕਮਜ਼ੋਰੀ, ਸਾਡੀ ਗਲਤੀ ਸਾਨੂੰ ਦੱਸੇ, ਤਾਂ ਜੇ ਅਸੀਂ ਦੁਬਾਰਾ ਨਾ ਕਰੀਏ। ਤਾਂ ਧੰਨਵਾਦ ਵੀਰ ਕਿੱਕਰ ਸਿੰਘ ਜੀ ਆਪ ਜੀ ਦਾ। ਤਾਂ ਸਾਧ ਸੰਗਤ ਜੀ, ਮੈਂ ਪਹਿਲੇ ਵੀ ਬੇਨਤੀ ਕੀਤੀ, ਹੁਣ ਵੀ ਕਰ ਰਿਹਾ
ਕਿ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਅਸੀਂ ਜਿਹੜਾ ਸਹੀ ਉੱਤਰ ਲੱਭਣ ਦੀ ਕੋਸ਼ਿਸ਼ ਕਰੀਏ, ਪਰ ਫਿਰ ਵੀ ਬਾਣੀ ਬੜਾ ਇੱਕ ਵਿਸ਼ਾਲ ਸਮੁੰਦਰ ਹੈ। ਤੋ ਕੋਈ ਜ਼ਰੂਰੀ ਨਹੀਂ ਹੈ ਵੀ ਬਿਲਕੁਲ ਠੀਕ ਹੋਏਗਾ, ਪਰ ਚਲੋ ਜੋ ਸਾਨੂੰ ਠੀਕ ਲੱਗਿਆ ਤੁਹਾਡੇ ਸਾਹਮਣੇ ਪ੍ਰੈਜ਼ੈਂਟ ਕੀਤਾ। ਸੰਗਤ ਨੂੰ ਬੇਨਤੀ ਹੈ ਵੀ ਅਗਰ ਇਸ, ਕਿਉਂਕਿ ਕਈ ਸ਼ਲੋਕ ਬੜੇ ਔਖੇ ਨੇ ਬਾਬਾ ਫਰੀਦ ਜੀ ਦੇ, ਬਾਬਾ ਕਬੀਰ ਜੀ ਦੇ, ਤੋ ਇਹਦੇ 'ਚ ਅਗਰ ਆਪ ਜੀ ਦਾ ਕੋਈ ਹੋਰ ਵਿਚਾਰ ਹੋਵੇ ਤੇ ਕਿਰਪਾ ਕਰਕੇ ਜ਼ਰੂਰ ਗਰੁੱਪ ਚੈਟ ਤੇ ਲਿਖੋ ਜਾਂ ਸਾਨੂੰ ਬਾਅਦ ਵਿੱਚ ਲਿਖ ਕੇ ਭੇਜ ਸਕਦੇ ਹੋ। ਧੰਨਵਾਦ। ਤੋ ਆਓ ਸਾਧ ਸੰਗਤ ਜੀ, ਅਗਲਾ ਜਿਹੜਾ ਸਾਡਾ ਸ਼ਬਦ ਹੈ, ਇਹ ਸਵਾਲ ਹੈ, ਉਹ ਹੈ ਮਾਰੂ ਮਹਿਲਾ ਪਹਿਲਾ। ਮਾਇਆ ਮੁਈ ਨ ਮਨ ਮੁਆ ਸਰ ਲਹਿਰੀ ਮੈਂ ਮਤ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 992 ਤੇ ਹੈ। ਤੋ ਇਹਦੇ ਅਰਥ ਪੁੱਛੇ ਨੇ ਸਵਾਲ ਕਰਤਾ ਨੇ ਕਿ ਇਹਦਾ ਭਾਵ ਕੀ ਹੋ ਸਕਦਾ ਕਿ ਮਾਇਆ ਮੁਈ ਨ ਮਨ ਮੁਆ ਸਰ ਲਹਿਰੀ ਮੈਂ ਮਤ। ਤੋ ਮੈਂ ਬੇਨਤੀ ਕਰ ਰਿਹਾ ਵੀਰ ਐਮਪੀ ਸਿੰਘ ਜੀ ਨੂੰ ਵੀ ਕਿਰਪਾ ਕਰਕੇ ਸਾਨੂੰ ਇਹਦੇ ਬਾਰੇ ਗਿਆਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਜਿਹੜਾ ਰਾਜਵੀਰ ਰਾਜਾ ਸਿੰਘ ਜੀ ਨੇ ਪੜ੍ਹਿਆ ਹੈ ਸਵਾਲ, ਉਹ ਆਪ ਜੀ ਦੇ ਸਾਹਮਣੇ ਸਕਰੀਨ ਤੇ ਹੈ। ਜਿਵੇਂ ਅਸੀਂ ਬਾਰ-ਬਾਰ ਇਹ ਗੱਲ ਆਪ ਜੀ ਨਾਲ ਸਾਂਝੀ ਕਰਦੇ ਹੀ ਹਾਂ ਕਿ ਜਦੋਂ ਵੀ ਕਿਸੇ ਪਦੇ ਦਾ, ਕਿਸੇ ਬਾਣੀ ਦੀ ਪੰਕਤੀ ਦਾ ਅਰਥ ਸਮਝਣਾ ਹੋਵੇ ਤਾਂ ਪਹਿਲਾਂ ਉਸ ਸ਼ਬਦ ਦੇ ਰਹਾਉ ਦਾ ਪਤਾ, ਜੇ ਉਸ ਸ਼ਬਦ 'ਚ ਰਹਾਉ ਦਾ ਬੰਦ ਹੈ ਤਾਂ ਉਹਦੇ ਅਰਥ ਪਹਿਲਾਂ ਸਮਝ ਲੈਣੇ ਚਾਹੀਦੇ ਹਨ, ਤੇ ਫਿਰ ਬਾਕੀ ਪਦਿਆਂ ਦੇ ਅਰਥ ਜਿਹੜੇ ਹਨ ਉਹਦੇ ਭਾਵ ਅਰਥ ਦੇ ਨਾਲ ਮਿਲਦੇ ਜੁਲਦੇ ਸਮਝ ਆਉਣ ਵਿੱਚ ਵੀ ਸੌਖਿਆਈ ਹੋ ਜਾਂਦੀ ਹੈ, ਤੇ ਭੁਲੇਖਾ ਲੱਗਣ ਦਾ ਵੀ ਚਾਂਸ ਜਿਹੜਾ ਹੈ ਘੱਟ ਜਾਂਦਾ ਹੈ। ਤੋ ਇਸ ਸ਼ਬਦ ਦਾ ਵੀ ਪਹਿਲੇ ਪਦੇ ਦੇ ਜੋ ਬਾਰੇ ਸਵਾਲ ਹੈ, ਪਰ ਪਹਿਲੇ ਪਦੇ ਦਾ ਪਾਠ ਕਰਕੇ ਅਸੀਂ ਨਾਲ ਹੀ ਰਹਾਉ ਦਾ ਬੰਦ ਵੀ ਪੜ੍ਹ ਕੇ ਤੇ ਫਿਰ ਉਸ ਦੀ ਵਿਚਾਰ ਕਰਦੇ ਹਾਂ। ਮਾਰੂ ਮਹਿਲਾ ਪਹਿਲਾ। ਮਾਇਆ ਮੁਈ ਨਾ ਮਨ ਮੁਆ ਸਰ ਲਹਿਰੀ ਮੈਂ ਮਤ। ਬੋਹਿਤ ਜਲ ਸਿਰ ਤਰ ਟਿਕੈ ਸਾਚਾ ਵਖਰ ਜਿੱਤ। ਮਾਨਕ ਮਨ ਮਹਿ ਮਨ ਮਾਰਸੀ ਸੱਚ ਨਾ ਲਾਗੈ ਕਤ। ਰਾਜਾ ਤਖਤ ਟਿਕੈ ਗੁਣੀ ਭੈ ਪੰਚਾਇਨ ਰਤ। ਹੁਣ ਅੱਗੋਂ ਰਾਹੋ ਦਾ ਪਦਾ ਹੈ। ਬਾਬਾ ਸਾਚਾ ਸਾਹਿਬ ਦੂਰ ਨਾ ਦੇਖ ਸਰਬ ਜੋਤ ਜਗ ਜੀਵਨਾ ਸਿਰ ਸਿਰ ਸਾਚਾ ਲੇਖ। ਉਹ ਰਾਹੋ ਦੇ ਬੰਦ ਵਿੱਚ ਗੁਰੂ ਪਾਤਸ਼ਾਹ ਕਹਿ ਰਹੇ ਹਨ ਸੰਬੋਧਨ ਕਰਕੇ, ਬਾਬਾ ਇਹ ਭਾਈ ਸਾਚਾ ਸਾਹਿਬ ਦੂਰ ਨਾ ਦੇਖ। ਸਾਚਾ ਤੋਂ ਭਾਵ ਸਦਾ ਕਾਇਮ ਰਹਿਣ ਵਾਲਾ, ਸਾਹਿਬ ਦਾ ਮਤਲਬ ਮਾਲਕ। ਉਹ ਪ੍ਰਭੂ ਪਰਮਾਤਮਾ ਵਾਹਿਗੁਰੂ ਜੋ ਸੱਚਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਜੋ ਸਭ ਦਾ ਮਾਲਕ ਹੈ, ਉਸ ਨੂੰ ਤੂੰ ਕਿਧਰੇ ਆਪਣੇ ਆਪ ਤੋਂ ਦੂਰ ਨਾ ਸਮਝ। ਇਹ ਨਾ ਸੋਚ ਕਿ ਉਹ ਕਿਤੇ ਬਹੁਤ ਦੂਰ ਰਹਿੰਦਾ ਹੈ। ਜਿਵੇਂ ਕਈ ਮਜ਼ਹਬਾਂ ਦੇ ਅੰਦਰ ਇਹੋ ਜਿਹੇ ਵਿਚਾਰ ਹਨ ਕਿ ਜੀ ਉਹ ਸ਼ਾਇਦ ਸਿਰਫ ਮੱਕੇ 'ਚ ਹੀ ਰਹਿੰਦਾ ਹੈ, ਜਾਂ ਕੁਝ ਮਤਾਂ ਦੇ ਅੰਦਰ ਇਹ ਹੈ ਕਿ ਜਿਵੇਂ ਉਹ ਸਿਰਫ ਦਕਸ਼ਨ ਦੇਸ਼ ਦਵਾਰਕਾ 'ਚ ਹੀ ਰਹਿੰਦਾ ਹੈ, ਜਗਨਨਾਥਪੁਰੀ 'ਚ ਰਹਿੰਦਾ ਹੈ। ਉਹ ਬਾਣੀ ਦੇ ਅੰਦਰ ਇਹਨਾਂ ਚੀਜ਼ਾਂ ਦੀ ਨਿਖੇਧੀ ਹੋਰ ਵੀ ਕਈ ਜਗ੍ਹਾ ਤੇ ਆਈ ਹੈ। ਉਹ ਕਿਉਂਕਿ ਉਹ ਇਨਸਾਨ ਨੂੰ ਭੁਲੇਖੇ 'ਚ ਪਾ ਦਿੰਦੇ ਹਨ ਕਿ ਵੀ ਸਿਰਫ ਰੱਬ ਸ਼ਾਇਦ ਉੱਥੇ ਹੀ, ਉਹਨੂੰ ਉੱਥੇ ਲੱਭਣ ਜਾਣਾ ਪੈਂਦਾ ਹੈ। ਪਰ ਗੁਰੂ ਸਾਹਿਬ ਪ੍ਰਭੂ ਪਰਮਾਤਮਾ ਨੂੰ ਹਮੇਸ਼ਾ ਹੀ ਸਰਵ ਵਿਆਪਕ, ਹਰ ਹਿਰਦੇ 'ਚ ਵਸਦਾ, ਹਰ ਜ਼ਰਰੇ ਜ਼ਰਰੇ 'ਚ ਵਸਦਾ ਬਿਆਨ ਕਰਦੇ ਹਨ। तो इत्थे भी वही असूल दृढ़ करा रहे हैं कि भाई उस सदा कायम रहने वाले परमात्मा नूं अपने तो दूर ना समझ। ये सब जीवां दे अंदर, सर्ब मैंने सब दे अंदर जोत जग जीवना, उस जगत दा जीवन दा जो आधार है वो प्रभु परमात्मा जो सारे जगत दे जीवां दा स्रोत है, उन्हां दी जो उहदी जोत जिहड़ी है वो सब दे अंदर मौजूद है, हर जीव दे उत्ते है। सिर सिर साचा लेख तो भाव यह है कि उसे प्रभु दा हर जीव दे उत्ते, हर सिर दे उत्ते भाव हर जीव दे उत्ते उस सदा कायम रहने वाले प्रभु परमात्मा दा जो हुक्म है वो सब दे उत्ते लागू हो रहा है। तो सच्चे लेख तो भाव है सच्चे प्रभु दा हुक्म। तो ये सिद्धांत राव दे बंद में दृढ़ करवाया गया है कि एक तो ये कि परमात्मा सर्वव्यापक है और उहदी जोत सब जीवां दे अंदर है और सब जीवां दे उत्ते उस परमात्मा दा अटल हुक्म जिहड़ा है वो लागू हो रहा है, सब दे उत्ते उहदा हुक्म चलदा है। हुण जिहड़े लोग तां इस गल नूं समझ लैंदे हन, इस सिद्धांत नूं दृढ़ कर लैंदे हन,
ਤਾਂ ਉਹਨਾਂ ਦੇ ਅੰਦਰ ਤਾਂ ਕੁਦਰਤੀ ਤੌਰ ਦੇ ਉੱਤੇ ਇਹ ਭਰੋਸਾ ਜਾਗ ਜਾਂਦਾ ਹੈ, ਵਿਸ਼ਵਾਸ ਪੈਦਾ ਹੋ ਜਾਂਦਾ ਹੈ ਕਿ ਪ੍ਰਭੂ ਸਭ ਥਾਂ ਮੌਜੂਦ ਹੈ, ਸਭ ਦੇ ਅੰਦਰ ਹੈ ਔਰ ਉਹਦੇ ਹੁਕਮ ਦੇ ਅਧੀਨ ਸਭ ਜੀਵਾਂ ਨੂੰ ਚੱਲਣਾ ਹੀ ਪੈਂਦਾ ਹੈ। ਤਾਂ ਉਹ ਉਹਦੇ ਰਜ਼ਾ ਦੇ ਵਿੱਚ ਰਾਜ਼ੀ ਰਹਿਣ ਨੂੰ ਆਪਣੇ ਆਪ ਨੂੰ ਤਿਆਰ ਕਰ ਲੈਂਦੇ ਹਨ ਔਰ ਪ੍ਰਭੂ ਦੇ ਆਣੇ ਨੂੰ ਮਿੱਠਾ ਕਰਕੇ ਮੰਨਦੇ ਹਨ। ਪਰ ਜਿਹੜੇ ਇਸ ਸਿਧਾਂਤ ਨੂੰ ਨਹੀਂ ਸਮਝਦੇ, ਤੇ ਆਪਣੇ ਅੰਦਰ ਪ੍ਰਭੂ ਪਰਮਾਤਮਾ ਦੀ ਹੋਂਦ ਉਹਨਾਂ ਨੂੰ ਮਹਿਸੂਸ ਹੀ ਨਹੀਂ ਹੁੰਦੀ, ਉਹ ਸਮਝਦੇ ਹਨ ਕਿ ਪਰਮਾਤਮਾ ਤਾਂ ਜਾਂ ਕਿਤੇ ਦੂਰ ਹੈ ਜਾਂ ਕਿਤੇ ਸੱਤਵੇਂ ਅਸਮਾਨ ਤੇ ਰਹਿੰਦਾ, ਜਿਹੋ ਜਿਹੇ ਵੀ ਪ੍ਰਚਲਿਤ ਵਿਸ਼ਵਾਸ ਸਮਾਜ ਵਿੱਚ ਹੈਗੇ ਨੇ, ਤਾਂ ਉਹ ਲਾਪਰਵਾਹ ਹੋ ਜਾਂਦੇ ਹਨ ਪਰਮਾਤਮਾ ਦੀ ਹੋਂਦ ਤੋਂ, ਉਹਦੇ ਹੁਕਮ ਤੋਂ, ਕਿ ਮਨ ਮਰਜ਼ੀਆਂ ਕਰਦੇ ਹਨ, ਮਨ ਦੇ ਮਗਰ ਉਹਨਾਂ ਦਾ ਜੀਵਨ ਦੀ ਜਿਹੜੀ ਹੈ, ਜੀਵਨ ਦਾ ਤੌਰ ਜਿਹੜੀ ਹੈ ਉਹ ਮਨ ਦੇ ਮਗਰ ਲੱਗ ਕੇ ਹੀ ਹੁੰਦੀ ਹੈ। ਐਸੇ ਲੋਕਾਂ ਦੀ ਅਵਸਥਾ ਨੂੰ ਬਿਆਨ ਕਰਦੇ ਹੋਏ ਗੁਰੂ ਸਾਹਿਬ ਕਹਿੰਦੇ ਹਨ ਕਿ ਜਿਹੜਾ ਮਨੁੱਖ ਮਾਲਕ ਪ੍ਰਭੂ ਨੂੰ ਆਪਣੇ ਅੰਦਰ ਵਸਦਾ ਹੋਇਆ ਨਹੀਂ ਮਹਿਸੂਸ ਕਰਦਾ, ਆਪਣੇ ਹਿਰਦੇ ਵਿੱਚ ਉਹਦੀ ਯਾਦ ਨਹੀਂ ਹੁੰਦੀ, ਤਾਂ ਐਸਾ ਜੀਵ ਜਿਹੜਾ ਹੈ ਉਹ ਮਾਇਆ ਦੀ ਤ੍ਰਿਸ਼ਨਾ ਦੇ ਵਿੱਚ ਇਸ ਤਰੀਕੇ ਦੇ ਨਾਲ ਖਚਤ ਹੋ ਜਾਂਦਾ ਹੈ ਕਿ ਉਹਦੇ ਅੰਦਰੋਂ ਉਹ ਤ੍ਰਿਸ਼ਨਾ ਕਦੀ ਮੁੱਕਦੀ ਨਹੀਂ ਹੈ। ਮਾਇਆ ਮੁਈ ਨਾ ਮਨ ਮੂਆ, ਇਹ ਨੰਨਾ ਅੱਖਰ ਜਿਹੜਾ ਹੈ ਉਹ ਦੇਲੀ ਦੀਪਕ ਦੇ ਰੂਪ ਵਿੱਚ ਵਰਤੋਂ ਹੋਈ ਹੈ ਕਿ ਨਾ ਉਹਦੇ ਅੰਦਰੋਂ ਮਾਇਆ ਦੀ ਖਤਮ ਹੁੰਦੀ ਹੈ ਤੇ ਨਾ ਹੀ ਉਹਦਾ ਮਨ ਵਿਕਾਰਾਂ ਵੱਲੋਂ ਮਰਦਾ ਹੈ। ਮਨ ਮੂਆ ਤੋਂ ਭਾਵ ਹੈ ਜੇ ਵਿਕਾਰਾਂ ਦੇ ਵੱਲੋਂ ਮਰ ਜਾਣਾ, ਭਾਵ ਵਿਕਾਰਾਂ ਨੂੰ ਤਿਆਗ ਕਰ ਦੇਣਾ। ਜਿਹਦਾ ਮਨ ਵਿਕਾਰਾਂ ਦਾ ਤਿਆਗ ਕਰ ਦੇਵੇ, ਉਹਦੇ ਬਾਰੇ ਆਮ ਤੌਰ ਤੇ ਲਫ਼ਜ਼ ਵਰਤੇ ਜਾਂਦੇ ਹਨ ਕਿ ਇਹਦਾ ਮਨ ਵਿਕਾਰਾਂ ਵੱਲੋਂ ਮਰ ਗਿਆ ਹੈ। ਪਰ ਜਿਹੜਾ ਇਨਸਾਨ ਪ੍ਰਭੂ ਦੀ ਹੋਂਦ ਦੇ ਉੱਤੇ ਹੀ ਭਰੋਸਾ ਨਹੀਂ ਕਰਦਾ ਜਾਂ ਪ੍ਰਭੂ ਦੀ ਸਰਵ ਵਿਆਪਕਤਾ ਦਾ ਸਿਧਾਂਤ ਜਿਹਨੂੰ ਸਮਝ ਨਹੀਂ ਆਉਂਦਾ, ਉਹ ਵਿਕਾਰਾਂ ਦੇ ਵਿੱਚ ਹੀ ਖਚਤ ਰਹਿੰਦਾ ਹੈ ਤੇ ਉਹਦਾ ਮਨ ਵਿਕਾਰਾਂ ਵਿੱਚ ਹੀ ਲੱਗਾ ਰਹਿੰਦਾ ਹੈ ਤੇ ਮਾਇਆ ਦੀ ਤ੍ਰਿਸ਼ਨਾ ਵੀ ਉਹਦੇ ਅੰਦਰੋਂ ਖਤਮ ਨਹੀਂ ਹੁੰਦੀ। तो पंक्ति की पहली जो पहला हिस्सा है ਉਹਦਾ ਭਾਵ ਹੈ ਕਿ ਨਾ ਉਹਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਮੁਕਦੀ ਹੈ, ਨਾ ਉਹਦਾ ਮਨ ਵਿਕਾਰਾਂ ਵੱਲੋਂ ਹਟਦਾ ਹੈ। तो फिर ਉਹਦੀ ਅਵਸਥਾ ਰਹਿੰਦੀ ਕੀ ਹੁੰਦੀ ਕੀ ਹੈ, तो ਉਸ ਨੂੰ ਬਿਆਨ ਕਰਦੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸਰ ਲਹਿਰੀ ਮੈਂ ਮਤ। ਸਰ ਦਾ ਅਰਥ ਹੁੰਦਾ ਹੈ ਸਰੋਵਰ, तो ਇਹ ਭਾਵਰਥ ਹੈ ਹਿਰਦੇ ਰੂਪੀ ਸਰੋਵਰ। तो उस मनुख ਦਾ ਹਿਰਦਾ ਜਿਹੜਾ ਹੈ, ਹਿਰਦੇ ਰੂਪੀ ਸਰੋਵਰ ਦੇ ਅੰਦਰ अपना विकारां ਦੀਆਂ ਜਿਹੜੀਆਂ ਲਹਿਰਾਂ ਨੇ ਉਹ ਉਹਦੇ ਨਾਲ ਹੀ ਭਰਪੂਰ ਰਹਿੰਦਾ। ਸਰ ਸਰੋਵਰ ਲਹਿਰੀ ਮੈਂ ਮਤ, ਮੈਂ ਦੀਆਂ ਹਉਮੈ ਦੀਆਂ ਲਹਿਰਾਂ ਹੁੰਦਾ ਹੈ ਵਿੱਚ ਹੀ ਉਹਦਾ ਹਿਰਦਾ ਜਿਹੜਾ ਹੈ ਉਹ ਮਸਤ ਰਹਿੰਦਾ ਹੈ। ਮਤ ਤੋਂ ਭਾਵ ਹੈ ਮਸਤੀ ਨਾਲ ਭਰਿਆ ਰਹਿਣਾ, ਮਸਤ ਰਹਿੰਦਾ ਹੈ, ਨਕਾ ਨਕ ਭਰਿਆ ਰਹਿੰਦਾ ਹੈ। तो ਜਿਹੜਾ ਇਨਸਾਨ ਪ੍ਰਭੂ ਦੇ ਸਰਵ ਵਿਆਪਕ ਹੋਂਦ ਦੇ ਵਿੱਚ ਜਿਹਦਾ ਯਕੀਨ ਨਹੀਂ ਹੈ, ਜਿਹਨੂੰ ਭਰੋਸਾ ਨਹੀਂ ਆਉਂਦਾ, ਉਹਦੇ ਅੰਦਰ ਮਾਇਆ ਔਰ ਵਿਕਾਰਾਂ ਦਾ ਪ੍ਰਭਾਵ ਕਾਇਮ ਰਹਿੰਦਾ ਹੈ ਔਰ ਉਹਦਾ ਹਿਰਦਾ ਜਿਹੜਾ ਹੈ ਉਹ ਵਿਕਾਰਾਂ ਦੀਆਂ ਹਉਮੈ ਦੀ ਲਹਿਰਾਂ ਦੇ ਵਿੱਚ ਹਮੇਸ਼ਾ ਨੱਕੋ ਨੱਕ ਭਰਿਆ ਰਹਿੰਦਾ, ਮਸਤ ਰਹਿੰਦਾ। ਇਹ ਉਹਦੇ ਮਨ ਦੀ ਅਵਸਥਾ ਹੁੰਦੀ ਹੈ। ਪਰ ਇਸ ਦੇ ਉਲਟ ਜਿਹੜਾ ਇਨਸਾਨ ਪ੍ਰਭੂ ਦੀ ਸਰਵ ਵਿਆਪਕਤਾ ਦੇ ਵਿੱਚ ਭਰੋਸਾ ਕਰ ਲੈਂਦਾ ਹੈ, ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ 'ਚ ਟਿਕਾ ਲੈਂਦਾ ਹੈ, ਤਾਂ ਉਹਦਾ ਜਿਹੜਾ ਜੀਵਨ ਦਾ ਬੇੜਾ ਹੈ ਮੋਹਿਤ ਜਲ ਸਿਰ ਤਰ ਟਿਕੈ। ਉਹਦਾ ਜੀਵਨ ਦਾ ਬੇੜਾ ਉਹ ਸੰਸਾਰ ਸਮੁੰਦਰ ਦੀ ਵਿਕਾਰ ਲਹਿਰਾਂ ਦੇ ਪਾਣੀਆਂ ਦੇ ਉੱਪਰ ਤਰ ਜਾਂਦਾ ਹੈ। ਸਿਰ ਤੋਂ ਭਾਵ ਹੈ ਉੱਪਰ, ਜਲ ਸਿਰ ਜਲ ਦੇ ਉੱਪਰ, ਤਰ ਮੈਨੇ ਤਰ ਕੇ ਟਿਕਦਾ ਹੈ, ਟਿਕ ਜਾਂਦਾ ਹੈ। ਤਾਂ ਹੁਣ ਇਹ ਦੋਨੋਂ ਆਪੋਜ਼ਿਟ ਮਤ ਵਾਲੇ ਬੰਦਿਆਂ ਦੀ ਜੋ ਹੈ ਅਵਸਥਾ ਬਿਆਨ ਹੋ ਰਹੀ ਹੈ। ਪਹਿਲੀ ਪੰਕਤੀ ਵਿੱਚ ਜਿਹੜਾ ਮਨ ਦੇ ਮਗਰ ਲੱਗਦਾ ਹੈ, ਗੁਰੂ ਦੀ ਸਿੱਖਿਆ ਨੂੰ ਧਾਰਨ ਨਹੀਂ ਕਰਦਾ। ਦੂਸਰਾ ਜਿਹੜਾ ਗੁਰੂ ਦੇ ਹੁਕਮ ਨੂੰ ਖਿੜੇ ਮੱਥੇ ਮੰਨ ਕੇ ਉਸ ਅਨੁਸਾਰ ਆਪਣੇ ਜੀਵਨ ਜਾਂਚ ਨੂੰ ਧਾਰਨ ਕਰਦਾ ਹੈ, ਚਲਾਉਂਦਾ ਹੈ, ਤਾਂ ਉਹਦੇ ਜੀਵਨ ਦਾ ਬੋਹਿਤ, ਜੀਵਨ ਦਾ ਬੇੜਾ ਇਸ ਵਿਕਾਰਾਂ ਰੂਪੀ ਪਾਣੀ ਦੇ ਉੱਪਰ, ਜਲ ਸਿਰ ਮਤਲਬ ਪਾਣੀ ਦੇ ਉੱਪਰ ਤਰ ਟਿਕੈ, ਤਰ ਕੇ ਟਿਕ ਜਾਂਦਾ ਹੈ। ਉਹ ਫਿਰ ਡੁੱਬਦਾ ਨਹੀਂ ਹੈ, ਉਹ ਇਹਨਾਂ ਵਿਕਾਰਾਂ ਦੀ ਲਹਿਰਾਂ ਦੇ ਵਿੱਚ ਖਚਤ ਨਹੀਂ ਹੁੰਦਾ। ਸਾਚਾ ਵਖਰ ਜਿੱਤ, ਵਖਰ ਕਹਿੰਦੇ ਹਨ ਸੌਦਾ, तो ਇੱਥੇ ਇਹ ਸੌਦਾ ਕਿਹੜਾ ਹੈ? ਨਾਮ ਰੂਪੀ ਸੌਦਾ। ਸਾਚਾ ਵਖਰ ਉਸ ਸੱਚੇ ਪ੍ਰਭੂ ਦੇ ਨਾਮ ਦਾ ਵਖਰ, ਸੱਚਾ ਨਾਮ ਦਾ ਸੌਦਾ ਉਹਦੇ ਹਿਰਦੇ ਦੇ ਵਿੱਚ ਟਿਕ ਜਾਂਦਾ ਹੈ। ਤੇ ਇਸ ਕਰਕੇ ਉਹ ਐਸਾ ਇਨਸਾਨ ਅਡੋਲਤਾ ਦੀ ਅਵਸਥਾ ਵਿੱਚ ਰਹਿੰਦਾ ਹੈ ਤੇ ਵਿਕਾਰਾਂ ਦੇ ਜਲਾਂ ਦੀ ਲਹਿਰਾਂ ਦੇ ਅੰਦਰ ਉਹ ਡੁੱਬਦਾ ਨਹੀਂ ਹੈ। ਉਸੇ ਹੀ ਅਵਸਥਾ ਦੀ ਅਗਲੀ ਪੰਕਤੀ ਵੀ ਬਿਆਨ ਕਰਦੀ ਹੋਈ ਕਹਿੰਦੀ ਹੈ, ਮਾਨਕ ਮਨ ਮੈਂ ਮਨ ਮਾਰਸੀ ਸੱਚ ਨਾ ਲੱਗੈ ਕਤ। ਮਾਨਕ ਦਾ ਅਰਥ ਹੁੰਦਾ ਹੈ ਮੋਤੀ। ਇੱਥੇ ਵੀ ਇਹ
ਕੀਮਤੀ ਜੋ ਮੋਤੀ ਹੈ ਇਹ ਵੀ ਨਾਮ ਨੂੰ ਹੀ ਰਿਪਰੈਜ਼ੈਂਟ ਕਰ ਰਿਹਾ ਹੈ। ਜਿਹਦੀ ਸੱਚੇ ਵਖਰ ਦੀ ਗੱਲ ਪਿੱਛੇ ਕੀਤੀ ਹੈ ਉਹਨੂੰ ਹੁਣ ਇਸ ਪੰਕਤੀ 'ਚ ਮੋਤੀ ਕਹਿ ਕੇ, ਮਾਨਕ ਕਹਿ ਕੇ ਗੁਰੂ ਸਾਹਿਬ ਨੇ ਸਮਝਾਇਆ ਹੈ। ਮਾਨਕ ਮਨ ਮੈਂ, ਉਹਦੇ ਮਨ ਦੇ ਅੰਦਰ ਪ੍ਰਭੂ ਦਾ ਕੀਮਤੀ ਨਾਮ, ਮੋਤੀ ਵਰਗਾ ਕੀਮਤੀ ਨਾਮ ਉਸਦੇ ਮਨ ਦੇ ਵਿੱਚ ਟਿਕਿਆ ਹੁੰਦਾ ਹੈ। ਉਹ ਮਨ ਨੂੰ ਮਾਰ ਦਿੰਦਾ ਹੈ। ਮਨ ਮਾਰਸੀ, ਮਾਨਕ ਮਨ ਮੈਂ ਮਨ ਮਾਰਸੀ, ਉਹ ਪ੍ਰਭੂ ਦਾ ਨਾਮ ਜਿਹੜਾ ਹੈ ਹੁਣ ਮਨ ਨੂੰ ਵਿਕਾਰਾਂ ਵੱਲੋਂ ਮਾਰ ਦਿੰਦਾ ਹੈ। ਜਿਹੜਾ ਪਹਿਲੀ ਪੰਕਤੀ 'ਚ ਬਿਆਨ ਕੀਤਾ ਸੀਗਾ ਕਿ ਜਿਹੜਾ ਮਨਮੁਖ ਬੰਦਾ ਹੈ, ਵਿਕਾਰੀ ਬੰਦਾ ਹੈ, ਉਹਦਾ ਮਨ ਵਿਕਾਰਾਂ ਵੱਲੋਂ ਨਹੀਂ ਮਰਦਾ। ਪਰ ਇੱਥੇ ਇਹ ਨਾਮ ਰੂਪੀ ਮੋਤੀ ਜਿਹੜਾ ਹੈ ਉਹ ਮਨ ਨੂੰ ਵਿਕਾਰਾਂ ਵੱਲੋਂ ਮਾਰ ਦਿੰਦਾ ਹੈ ਤੇ ਸੱਚ ਨਾ ਲੱਗਿਆ ਕੱਤ। ਉਹ ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿੰਦਿਆਂ ਹੋਇਆਂ ਉਹਦੇ ਹਿਰਦੇ ਰੂਪੀ, ਉਹਦੇ ਹਿਰਦੇ ਨੂੰ ਕੱਤ ਨਹੀਂ ਲੱਗਦਾ। ਕੱਤ ਤੋਂ ਭਾਵ ਹੁੰਦਾ ਚੀਰ, ਭਾਵ ਵਿਕਾਰ ਉਹਦੇ ਹਿਰਦੇ ਨੂੰ ਫਿਰ ਨੁਕਸਾਨ ਨਹੀਂ ਪਹੁੰਚਾ ਸਕਦੇ। ਉਹਦੇ ਮਨ ਦੇ ਅੰਦਰ ਕੋਈ ਜਿਹੜੀ ਆ ਤਰੇੜ ਨਹੀਂ ਆਉਂਦੀ, ਅਵਿਸ਼ਵਾਸ ਜਾਂ ਡੋਲਣ ਵਾਲੀ ਕੋਈ ਅਵਸਥਾ ਉਹਦੀ ਨਹੀਂ ਬਣਦੀ ਹੈ। ਉਹਦੇ ਮਨ ਵਿੱਚ ਸ਼ੰਕਾ ਜਾਂ ਕੋਈ ਭਰਮ ਨਹੀਂ ਪੈਦਾ ਹੁੰਦਾ। तो ये नाम मोती ਹਿਰਦੇ 'ਚ ਵਸਾਉਣ ਦਾ ਇਹ ਲਾਭ ਹੁੰਦਾ ਹੈ ਕਿ ਮਨ ਵਿਕਾਰਾਂ ਵੱਲੋਂ ਮਰ ਜਾਂਦਾ ਹੈ ਅਤੇ ਪ੍ਰਭੂ ਪਰਮਾਤਮਾ ਦੇ ਉੱਤੇ ਪੂਰਨ ਭਰੋਸਾ ਦ੍ਰਿੜਤਾ ਨਾਲ ਉਹਦੇ ਹਿਰਦੇ 'ਚ ਵਸ ਜਾਂਦਾ ਹੈ। तो ਉਹਦੇ ਅੰਦਰ ਫਿਰ ਵਿਕਾਰਾਂ ਦੀ ਕੋਈ ਤਰੇੜ ਨਹੀਂ ਆਉਂਦੀ, ਉਹਦੇ ਮਨ 'ਚ ਕੋਈ ਸ਼ੰਕਾ ਵੀ ਪੈਦਾ ਨਹੀਂ ਹੁੰਦੀ ਔਰ ਮਨ ਮਾਇਆ ਦੇ ਵਿੱਚ ਡੋਲਦਾ ਨਹੀਂ ਹੈ। ਇਸ ਪਹਿਲੇ ਪਦ ਦੀ ਜਿਹੜੀ ਅਖੀਰਲੀ ਪੰਕਤੀ ਹੈ ਉਹਦੇ ਵਿੱਚ ਫਿਰ ਐਸੀ ਅਡੋਲ ਅਵਸਥਾ ਦੇ ਵਿੱਚ ਵਸੇ ਹੋਏ ਮਨ ਦੀ ਗੱਲ ਕਰਦੇ ਹੋਇਆ ਗੁਰੂ ਸਾਹਿਬ ਕਹਿੰਦੇ ਹਨ ਕਿ ਰਾਜਾ ਤਖਤ ਟਿਕੈ ਗੁਣੀ ਪੈ ਪੰਚਾਇਨ ਦਾ। ਰਾਜਾ ਇੱਥੇ ਮਨ ਨੂੰ ਕਿਹਾ ਗਿਆ ਹੈ, ਜੀਵ ਆਤਮਾ ਨੂੰ ਕਿਹਾ ਗਿਆ ਹੈ ਕਿ ਉਹਦਾ ਜਿਹੜਾ ਨਾਮ ਦੇ ਵਿੱਚ ਦਿੱਤਾ ਹੋਇਆ ਮਨ ਜਿਹੜਾ ਹੈ ਉਹ ਫਿਰ ਆਪਣੇ ਸਾਰੇ ਕਰਮਾਂ ਦੇ ਉੱਤੇ ਉਹਦਾ ਕੰਟਰੋਲ ਹੁੰਦਾ ਹੈ। ਉਹਦੇ ਵਿਚਾਰ, ਉਹਦਾ ਮਨ ਸਾਰਾ ਉਹਦੇ ਅਧੀਨ ਹੋ ਜਾਂਦਾ ਹੈ। ਉਹ ਮਾਇਆ ਦੇ ਉਹਨਾਂ ਉੱਤੇ ਕਾਬੂ ਨਹੀਂ ਹੁੰਦੀ, ਉਹਨਾਂ ਨੂੰ ਉਹਨਾਂ ਉੱਤੇ ਹਾਵੀ ਨਹੀਂ ਹੋ ਸਕਦੀ ਤੇ ਉਹ ਫਿਰ ਉਸ ਅਡੋਲ ਅਵਸਥਾ ਦੇ ਵਿੱਚ ਟਿਕ ਜਾਂਦਾ ਹੈ। ਹਿਰਦੇ ਰੂਪੀ ਤਖਤ ਦੇ ਉੱਤੇ ਮਾਨੋ ਉਹਦਾ ਰਾਜ ਹੋ ਜਾਂਦਾ, ਪੂਰਾ ਕਾਬੂ, ਪੂਰਾ ਕੰਟਰੋਲ ਹੋ ਜਾਂਦਾ ਹੈ ਤੇ ਜਿਹੜੇ ਮਾਇਆ ਦੇ ਵਿਕਾਰ ਨੇ ਉਹ ਉਹਨੂੰ ਡੁਲਾ ਨਹੀਂ ਸਕਦੇ। ਇਹ ਸਭ ਕੁਝ ਹੁੰਦਾ ਕਿਉਂ ਹੈ? ਕਿਉਂਕਿ ਉਹ ਗੁਣੀ, ਗੁਣਾ ਦੇ ਮਾਲਕ ਪਰਮਾਤਮਾ ਦੇ ਵਿੱਚ ਪ੍ਰਵਿਰਤ ਰਹਿੰਦਾ ਹੈ, ਉਹਦੀ ਯਾਦ ਵਿੱਚ ਹੀ ਜੁੜਿਆ ਰਹਿੰਦਾ ਹੈ। तो इसलिए राजा तखत टिकै गुणी है पंचायन रत। तो उस पंचायन जो पंजा तत्तां दा दाता है, पंचायन तो भाव है पंजा गुना, पंजा ही तत्तां दे दा स्रोत है, जो सोमा है जिहड़ा पंजा तत्तां नूं दा बनाने वाला है, भाव परमात्मा। तो पंचायन लफज इत्थे परमात्मा वास्ते आया है। भै पंचायन रत, भै तो भाव है अदब, ਉਹਦੇ ਹੁਕਮ ਦੇ ਵਿੱਚ ਉਹ ਰਤ ਰਹਿੰਦਾ ਹੈ, ਭਾਵ ਉਹਦੇ ਅੰਦਰ ਉਹ ਟਿਕਿਆ ਰਹਿੰਦਾ ਹੈ। तो ਉਹਦੇ ਹਿਰਦੇ ਦੇ ਅੰਦਰ ਪ੍ਰਭੂ ਪਰਮਾਤਮਾ ਦਾ ਭੈ ਤੇ ਅਦਬ ਕਾਇਮ ਰਹਿੰਦਾ ਹੈ ਔਰ ਉਹਦਾ ਮਨ ਫਿਰ ਡੋਲਦਾ ਨਹੀਂ ਹੈ। ਵਿਕਾਰ ਜਿਹੜੇ ਹਨ ਉਸ ਨੂੰ ਡੁਲਾ ਨਹੀਂ ਸਕਦੇ। ਉਹ ਮਾਨੋ ਆਪਣੇ ਵਿਚਾਰਾਂ ਦਾ, ਆਪਣੇ ਕਰਮਾਂ ਦਾ ਪੂਰਨ ਕੰਟਰੋਲ ਦੇ ਵਿੱਚ ਹੁੰਦਾ ਹੈ। ਰਾਜਾ ਤਖਤ ਟਿਕੈ ਗੁਣੀ ਭੈ ਪੰਚਾਇਨ ਰਤ। ਉਹ ਇਸ ਸ਼ਲੋਕ ਦੇ ਇਸ ਪਹਿਲੇ ਪਦੇ ਦੇ ਅੰਦਰ, ਸ਼ਬਦ ਦੇ ਅੰਦਰ ਪਹਿਲੀ ਪੰਕਤੀ ਦੇ ਵਿੱਚ ਸਿਰਫ ਉਹਨਾਂ ਦਾ ਵਰਣਨ ਕੀਤਾ ਗਿਆ ਹੈ ਜਿਹੜੇ ਪ੍ਰਭੂ ਦੇ ਭਾਣੇ ਦੇ ਵਿੱਚ ਨਹੀਂ ਰਹਿੰਦੇ, ਜਿਹੜੇ ਪ੍ਰਭੂ ਦੀ ਸਰਵ ਵਿਆਪਕਤਾ ਨੂੰ ਨਹੀਂ ਮਹਿਸੂਸ ਕਰਦੇ, ਤਾਂ ਉਹ ਵਿਕਾਰਾਂ ਦੀ ਮਾਰ ਸਹਿੰਦੇ ਹਨ, ਮਾਇਆ ਦੇ ਵਿੱਚ ਖਚਤ ਰਹਿੰਦੇ ਹਨ। ਉਹਨਾਂ ਦੇ ਅੰਦਰ ਹਰ ਵੇਲੇ ਮੈਂ ਦੀ ਜਿਹੜੀ ਭਾਵਨਾ ਹੈ ਉਹ ਹੀ ਹਾਵੀ ਰਹਿੰਦੀ ਹੈ। ਪਰ ਇਹਦੇ ਉਲਟ ਜਿਹੜੇ ਪ੍ਰਭੂ ਦੇ ਸਰਵ ਵਿਆਪਕਤਾ ਦੇ ਇਸ ਸਿਧਾਂਤ ਨੂੰ, ਗੁਰੂ ਦੀ ਸਿੱਖਿਆ ਨੂੰ ਅਪਣਾ ਲੈਂਦੇ ਹਨ ਤੇ ਉਹ ਪ੍ਰਭੂ ਦੇ ਨਾਮ ਦੇ ਨਾਲ ਜੁੜ ਜਾਂਦੇ ਹਨ, ਉਹ ਫਿਰ ਮਾਇਆ ਦੇ ਹੱਲਿਆਂ ਤੋਂ ਬਚ ਜਾਂਦੇ ਹਨ। ਅਡੋਲ ਅਵਸਥਾ ਦੇ ਵਿੱਚ ਟਿਕ ਕੇ ਪ੍ਰਭੂ ਦੇ ਗੁਣਾਂ ਦੇ ਨਾਲ ਉਹਨਾਂ ਦੀ ਸੁਰਤ ਜੁੜ ਜਾਂਦੀ ਹੈ। तो ये जो राव ਦੇ ਬੰਦ ਵਿੱਚ ਗੱਲ ਆਈ ਸੀਗੀ ਕਿ ਉਹ ਪ੍ਰਭੂ ਪਰਮਾਤਮਾ ਸਰਵ ਵਿਆਪਕ ਹੈ, ਉਹਦੀ ਜੋਤ ਹਰ ਜੀਵ ਦੇ ਅੰਦਰ ਹੈ ਔਰ ਉਹਦਾ ਹੁਕਮ ਸਭ ਜੀਵਾਂ ਦੇ ਸਿਰ ਤੇ ਚੱਲਦਾ ਹੈ, ਉਹ ਉਹਨਾਂ ਦੇ ਜੀਵਨ ਦੇ ਵਿੱਚੋਂ ਪ੍ਰਤੱਖ ਨਜ਼ਰ ਆਉਂਦਾ ਹੈ। तो इतने मैं ਤੈਨੂੰ ਪ੍ਰਵਾਨ ਕਰਨ ਲਈ ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जी मेरे ख्याल राजा सिंह जी का कनेक्शन कट गया लगता है। जी अब कीर्तन सिंह जी तुसी फिर अगला क्वेश्चन ले लोगे। समा देख लो जी, जो समा चूंकि काफी हो चुका है, 10-15 मिनट लग जाने हैं, 10-12 मिनट। नहीं फिर उन्ना समा तो नहीं हैगा,
ਸਮਾਂ ਤਾਂ ਫਿਰ 4-5 ਮਿੰਟ ਹੀ ਬਚੇ ਹਨ। 10 ਮਿੰਟ ਤਾਂ ਚਾਹੀਦੇ ਨੇ ਜੀ ਸੋ- ਜਵਾਬ ਦੇਣ ਦਾ। तो फिर मेरा ख्याल है ਅਸੀਂ ਸਵਾਲ ਜਵਾਬ ਦਾ ਸਿਲਸਿਲਾ ਫਿਰ ਇੱਥੇ ਹੀ ਰੋਕ ਦਿੰਦੇ ਹਾਂ ਤੇ ਸੰਗਤ ਨੂੰ ਫਿਰ ਅਸੀਂ ਬੇਨਤੀ ਕਰਦੇ ਹਾਂ ਵੀ ਅੱਜ ਜਿੰਨੀ ਵਿਚਾਰ ਹੋਈ ਹੈ ਉਹਦੇ ਨਾਲ ਸੰਬੰਧਿਤ ਜੋ ਕੋਈ ਵੀ ਕਿਸੇ ਦਾ ਕੋਈ ਸਵਾਲ ਜਾਂ ਕੋਈ ਕਮੈਂਟ ਹੋਵੇ ਤਾਂ ਫਿਰ ਆਪ ਜੀ ਆਪਣਾ ਹੈਂਡ ਰੇਜ਼ ਕਰ ਸਕਦੇ ਹੋ ਜੀ। तो ਸਵਾਲ ਜਵਾਬ ਦਾ ਸਿਲਸਿਲਾ ਫਿਰ ਅਸੀਂ ਅੱਜ ਹਾਂਜੀ ਇੱਥੇ ਰਾਜਾ start ਸਿੰਘ ਕਰਾਂਗੇ। ਜੀ ਆ ਗਏ ਜੀ। ਆ ਗਏ ਨੇ ਜੀ। ਹਾਂਜੀ ਹਾਂਜੀ ਰਾਜਾ ਮੇਰੇ ਸਿੰਘ ਜੀ। ਵਾਈਫਾਈ ਦੀ ਪ੍ਰੋਬਲਮ ਸੀ ਜੀ, ਸੌਰੀ ਮੈਂ ਫਿਰ ਹੁਣ ਆਪਣੇ ਸੈੱਲ ਫੋਨ ਤੋਂ ਜੋੜਿਆ ਜੀ। ਤੋ ਚਲੋ ਆਵਾਜ਼ ਖੈਰ ਮੇਰੀ ਸਮਾਂ ਤੇ ਹੁਣ 4-5 ਮਿੰਟ ਹੀ ਰਹਿ ਗਏ ਨੇ, ਸਵਾਲ ਹਾਂਜੀ ਹੁਣੇ ਸਮਾਂ ਹੀ ਹੋ ਖਤਮ ਗਿਆ ਹੋਇਆ ਜੀ, 1 ਮਿੰਟ ਬਿਲਕੁਲ ਪਹਿਲਾਂ। ਕੋਈ ਨਹੀਂ, ਅਗਲੇ ਹਫਤੇ ਲੈ ਲਾਂਗੇ ਫਿਰ ਕਿਉਂਕਿ ਵੀਰ ਜੀ ਕਹਿ ਰਹੇ ਨੂੰ 10-12 ਤੁਸੀਂ ਫਿਰ ਮਿੰਟ ਲੱਗ ਜਾਣਗੇ। ਕਲੋਜ਼ਿੰਗ ਕਮੈਂਟਸ ਕੋਈ ਕਰਨੇ ਹਨ ਉਹ ਕਰ ਲਓ ਹਾਂਜੀ ਤੇ ਉਸ ਤੋਂ ਬਾਅਦ ਤੁਸੀਂ ਫਿਰ ਆਪਣਾ ਅੱਗੋਂ ਸੰਗਤ ਕੋਲੋਂ ਸਵਾਲ ਹੋਰ ਲੈ ਲਿਓ। ਠੀਕ ਹੈ ਜੀ। ਇੱਕ ਆਈਡੀ ਨਵੀਂ ਹੈ ਜੀ, ਪਹਿਲੇ ਉਹਨਾਂ ਨੂੰ ਇੰਟਰੋਡਿਊਸ ਕਰਾ ਲਈਏ। ਜਿਹਨਾਂ ਦੀ ਆਈਡੀ ਜੀ ਜੀ। ਤਨਵੀਰ ਤਰਵੀਨ, ਹਾਂਜੀ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਤਰਵੀਨ ਜੇ ਉਹ ਆਪਣੇ ਆਪ ਨੂੰ ਅਨਮਿਊਟ ਕਰਕੇ ਸੰਗਤ ਨਾਲ ਆਪਣੀ ਜਾਣ ਪਛਾਣ ਕਰਾ ਦੇਣ। ਤਰਵੀਨ ਜਿਨ੍ਹਾਂ ਦੀ ਆਈਡੀ ਹੈ। ਕਰਦੇ ਮੈਂ ਵੀਰ ਅੰਮ੍ਰਿਤ ਸਿੰਘ ਜੀ ਦਾ ਧੰਨਵਾਦ ਹੈ। ਉਹਨਾਂ ਨੇ ਇਹ ਜਿਹੜਾ ਸ਼ਬਦ ਸੀਗਾ ਉਹਦਾ ਸਾਨੂੰ ਭਾਵ ਦੱਸਿਆ, ਬੜਾ ਸੁੰਦਰ ਹੈ ਕਿ ਦੇਖੋ ਹਰੇਕ ਮਨੁੱਖ ਅੰਦਰ ਵਿਕਾਰਾਂ ਦੀਆਂ ਲਹਿਰਾਂ ਤੇ ਰਹਿਣੀਆਂ, ਇਹ ਨੈਚੁਰਲ ਨੇ। ਬਾਕੀ ਗੱਲ ਤੇ ਹੈ ਵੀ ਕਿਹੜਾ ਉਹਨਾਂ ਵਿਕਾਰਾਂ 'ਚ ਡੁੱਬ ਜਾਂਦਾ ਤੇ ਕਿਹੜਾ ਤਰ। ਅਸੀਂ ਗੁਰੂ ਦੇ ਲੜ ਲਾ ਕੇ ਉਹਨਾਂ ਵਿਕਾਰਾਂ ਦੇ ਵਿੱਚ ਰਹਿੰਦੇ ਹੋਏ ਉਹਨਾਂ ਦੀ ਜਿਵੇਂ ਵੀਰ ਜੀ ਨੇ ਦੱਸਿਆ, ਸਰ ਦਾ ਮਤਲਬ ਹੈ ਸਿਰ ਦਾ ਮਤਲਬ ਉੱਪਰ, ਤੇ ਵਿਕਾਰਾਂ ਦੇ ਉੱਪਰ ਤਰ ਕੇ ਅਸੀਂ ਆਪਣਾ ਜੀਵਨ ਜਿਹੜਾ ਉਹ ਬਤੀਤ ਕਰ ਲੈਣਾ, ਉਹਨਾਂ 'ਚ ਡੁੱਬਣਾ ਨਹੀਂ ਹੈ। ਤੋ ਐਮਪੀ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਤੇ ਮੇਰੇ ਖਿਆਲ ਜਿਹੜੇ ਤਨਵੀਰ ਨੇ ਉਹਨਾਂ ਦਾ ਅਨਮਿਊਟ ਨਹੀਂ ਹੋ ਰਿਹਾ, ਤਾਂ ਤੁਸੀਂ ਸੰਗਤ ਕੋਲੋਂ ਬਾਕੀ ਸਵਾਲ ਕੋਈ ਲੈ ਲਓ। ਚਲੋ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਅਨਮਿਊਟ ਕਰਨ ਦੀ। ਚਲੋ ਖੈਰ, ਹਾਂਜੀ ਸੰਗਤ ਵਿੱਚੋਂ ਜੋ ਅੱਜ ਦੇ ਸਵਾਲ ਜਵਾਬ ਹੋਏ ਹਨ ਜੀ, ਉਹਨਾਂ ਦੇ ਬਾਰੇ ਕਿਸੇ ਦਾ ਕੋਈ ਸਵਾਲ ਰਿਲੇਟਡ ਹੋਵੇ, ਕਿਸੇ ਦਾ ਕੋਈ ਕਮੈਂਟ ਹੋਵੇ ਤਾਂ ਆਪ ਜੀ ਆਪਣੇ ਆਪ ਨੂੰ ਅਨਮਿਊਟ ਕਰ ਲਓ ਜਾਂ ਹੈਂਡ ਰੇਜ਼ ਕਰ ਲਓ ਤੇ ਆਪਣੀ ਗੱਲ ਸਾਂਝੀ ਕਰ ਲਓ। ਹਾਂਜੀ, ਇੱਕ ਵੀਰ ਟੀਪੀ ਸਿੰਘ ਜੀ ਦਾ ਗਰੁੱਪ ਚੈਟ ਵਿੱਚ ਹੈਗਾ ਮੈਸੇਜ ਬਈ ਜਬੈ ਬਾਣ ਲਾਗੇ ਤਬੇ ਰੋਸ ਜਾਗਿਓ, ਉਹ ਫਰੀਦਾ ਜੋਤਿਆਂ ਮਾਰਨ ਮੁੱਕੀਆਂ ਤੇ ਨਾ ਮਾਰੇ ਕੋ। ਉਹਦੇ ਨਾਲ ਕਹਿੰਦੇ ਨੇ ਰਿਲੇਟ ਕਰੋ। ਮੈਂ ਵੀਰ ਜੀ ਨੂੰ ਬੇਨਤੀ ਕਰਦੇ ਹਾਂ ਕਿ ਜਿਹੜਾ ਫਰੀਦ ਸਾਹਿਬ ਦਾ ਸ਼ਲੋਕ ਹੈ ਉਹ ਹੈਗਾ ਕਿ ਜਿਹੜੇ ਲੋਕ ਸਾਨੂੰ ਕਰੈਕਟਿਵ ਮੇਜਰ ਲਿਆਉਂਦੇ ਨੇ, ਸਾਡੀਆਂ ਗਲਤੀਆਂ ਪੁਆਇੰਟ ਆਊਟ ਕਰਕੇ ਸਾਨੂੰ ਉਹਨਾਂ ਗਲਤੀਆਂ ਤੋਂ ਮੁਕਤ ਕਰਾਉਣਾ ਚਾਹੁੰਦੇ ਨੇ। ਵੇਅਰਐਜ਼ ਜਿਹੜਾ ਜਬੈ ਬਾਣ ਲੱਗੇ ਤਬੇ ਰੋਸ ਜਾਗੇ, ਉਹ ਬਿਲਕੁਲ ਉਹਦਾ ਸਬਜੈਕਟ ਹੋਰ ਹੈ। ਉਹਦਾ ਸਬਜੈਕਟ ਹੈ ਜਿਸ ਵੇਲੇ ਕੋਈ ਤੁਹਾਡੇ ਤੇ ਧੱਕਾ ਕਰਦਾ ਤਾਂ ਉਸ ਵੇਲੇ ਤੁਹਾਡਾ ਜਬੈ ਬਾਣ ਲੱਗੇ ਦਾ ਮਤਲਬ ਜਿਸ ਵੇਲੇ ਤੁਹਾਨੂੰ ਕੋਈ ਨੁਕਸਾਨ ਪਹੁੰਚਾਉਂਦਾ ਹੈ ਤੇ ਧੱਕਾ ਕਰਦਾ ਤਾਂ ਉਸ ਵੇਲੇ ਤੁਸੀਂ ਉਹਦਾ ਤੁਹਾਡਾ ਰੋਸ ਜਾਗਦਾ, ਭਾਵ ਬੰਦਾ ਉਸ ਵੇਲੇ ਉਹਦੀ ਬਰਾਬਰੀ ਕਰਦਾ। ਜਿਵੇਂ ਪਿਛਲੇ ਦਿਨਾਂ 'ਚ ਵੀ ਇੱਕ ਜ਼ਿਕਰ ਹੋ ਰਿਹਾ ਸੀਗਾ ਕਿ ਜਿਹਦੇ 'ਚ ਸੰਗਤ 'ਚ ਆਇਆ ਸੀਗਾ ਕਿ ਹਲਾਲ ਅਸਤ ਬੁਰਦਨ ਬਾਦ ਸ਼ਮਸ਼ੀਰ ਦਸਤ। ਜਿਸ ਵੇਲੇ ਸਾਰੀਆਂ ਸ਼ਾਂਤੀ ਦੀਆਂ ਹੱਦਾਂ ਪਾਰ ਹੋ ਜਾਣ ਤਾਂ ਉਸ ਵੇਲੇ ਹਥਿਆਰ ਚੁੱਕਣਾ ਜਾਇਜ਼। ਤੋ ਇਹ ਜਿਹੜਾ ਤੁਸੀਂ ਆਖਿਆ ਜਬੈ ਬਾਣ ਲਾਗੇ ਤਬੇ ਰੋਸ ਜਾਗੇ, ਮੇਰੇ ਹਿਸਾਬ ਦੇ ਨਾਲ ਇਹਦਾ ਫਰੀਦ ਸਾਹਿਬ ਦੇ ਸ਼ਲੋਕ ਨਾਲ ਕੋਈ ਡਾਇਰੈਕਟ ਲਿੰਕ ਨਹੀਂ ਹੈ। ਤੋ ਬਾਕੀ ਸੰਗਤ ਚੋਂ ਕਿਸੇ ਨੇ ਹੋਰ ਇਹਨੂੰ ਇੰਪਰੂਵ ਕਰਨਾ ਜਾਂ ਦੱਸਣਾ ਤਾਂ ਪਲੀਜ਼ ਦੱਸ ਸਕਦੇ ਹੋ, ਮੈਨੂੰ ਤੇ ਇੰਝ ਲੱਗੇ। ਹਾਂਜੀ ਡਾਕਟਰ ਸੁਰਿੰਦਰ ਸਿੰਘ ਜੀ। ਵੀਰ ਜੀ ਇਹ ਜਿਹੜਾ ਸ਼ਲੋਕ ਹੈ ਨਾ ਜੀ, ਇਹ ਜਦੋਂ ਮੇਰਾ ਖਿਆਲ ਹੈ 2 ਸਾਲ ਹੋ ਗਏ ਨੇ ਕਿ ਤੁਹਾਡੇ ਮਿਸ਼ਨਰੀ ਕਾਲਜ ਤੋਂ ਕੋਈ ਸਾਡੇ ਗੁਰਦੁਆਰੇ ਆਇਆ ਸੀ ਤੇ ਉਹਨਾਂ ਨੇ ਇਹਨੂੰ ਇੰਝ ਐਕਸਪਲੇਨ ਕੀਤਾ ਸੀਗਾ ਕਿ ਹੇ ਫਰੀਦ ਆਪਣੇ ਮਨ ਨੂੰ ਕਹਿ ਰਹੇ ਨੇ ਕਿ ਜੇ ਤੈਨੂੰ ਕੋਈ ਤੇਰੇ ਜਿਹੜੇ ਵਕਾਰ ਨੇ ਉਹ ਇਸ ਤਰ੍ਹਾਂ ਤੈਨੂੰ ਹਰ ਵੇਲੇ ਤੰਗ ਕਰਦੇ ਨੇ ਤੇ ਤੂੰ ਉਹਨਾਂ ਨੂੰ ਮੁੜ ਕੇ ਕਿਉਂ ਨਹੀਂ ਕਾਬੂ ਕਰਦਾ, ਤੇ ਉਹਨਾਂ ਨੂੰ ਕਾਬੂ ਕਰਕੇ ਤੂੰ ਆਪਣੇ ਮਨ ਦੇ ਅੰਦਰ ਜਾ ਕੇ ਤੇ ਜਿਹੜੇ ਤੇਰੇ ਦੈਵੀ ਗੁਣ ਨੇ ਮਨ ਦੇ ਵਿੱਚ ਉਹਨਾਂ ਨਾਲ ਪਿਆਰ ਪਾ। ਸੋ ਇਹ ਮੈਨੂੰ ਕਨਫਿਊਜ਼ਨ ਜਿਹੜੀ ਸੀ ਇਸ ਕਰਕੇ ਇੱਕ ਕੁਐਸਚਨ ਆਇਆ ਸੀਗਾ ਕਿ ਅਜੇ ਵੀ ਵੀਰ ਜਗੀਰ ਸਿੰਘ ਨੇ ਜਿਹੜਾ ਇਹ ਦੱਸਿਆ ਇਹ ਵੀ ਠੀਕ ਹੈ, ਦੂਜੇ ਪਾਸੇ ਜਾਂਦਾ, ਪਰ ਮੈਨੂੰ ਇਹਦੀ ਥੋੜੀ ਜਿਹੀ ਹੋਰ ਕਲੈਰੀਫਿਕੇਸ਼ਨ ਜੇ ਕੋਈ ਕਰ ਸਕੇ ਤਾਂ। ਕਿ ਮੈਨੂੰ ਸੀਗਾ ਕਿ ਮੁੱਕੀਆਂ ਮਾਰਨ ਵਾਲੇ ਜਿਹੜੇ ਨੇ ਸਾਡੇ ਵਕਾਰ ਨੇ, ਜਿਹੜੇ ਸਾਨੂੰ ਹਰ ਵੇਲੇ ਤੰਗ ਕਰਦੇ ਨੇ, ਇਹਨਾਂ ਨੂੰ ਵਕਾਰਾਂ ਨੂੰ ਅਸੀਂ ਮੋੜ ਕੇ ਮਾਰ ਕੇ ਆਪਣੇ ਮਨ ਦੇ ਅੰਦਰ ਅੰਤਰਮੁਖੀ ਹੋ ਕੇ ਤੇ ਆਪਣੇ ਜਿਹੜੇ ਦੈਵੀ ਗੁਣ ਨੇ ਉਹਨਾਂ ਨਾਲ ਪਿਆਰ ਕਿਉਂ ਨਹੀਂ ਪਾਉਂਦੇ, ਉਹਨਾਂ ਨਾਲ ਪਿਆਰ ਪਾਈਏ। ਇਹਦੇ ਬਾਰੇ ਬੇਨਤੀ ਹੈ ਜੀ ਕਿ ਹਮੇਸ਼ਾ ਨਾ ਰੈਫਰੈਂਸ ਟੂ ਦੀ ਕੰਟੈਕਸਟ ਜਿਹੜਾ ਨਾ ਉਹ ਬਹੁਤ ਇੰਪੋਰਟੈਂਟ ਹੁੰਦਾ ਹੈ। ਤੇ ਜਿਵੇਂ ਸ਼ਬਦ ਦੀ ਵਿਚਾਰ ਵੇਲੇ ਰਹਾਉ ਦੇ ਬੰਦ ਨੂੰ ਧਿਆਨ 'ਚ ਰੱਖਣਾ ਜ਼ਰੂਰੀ ਹੈ,
ਸ਼ਲੋਕਾਂ ਦੇ ਵਿੱਚ ਜਿਹੜਾ ਹੈ ਨਾ ਉਹ ਪਿਛਲੇ ਔਰ ਅਗਲੇ ਸ਼ਲੋਕ ਦਾ ਭਾਵ-ਅਰਥ ਨੂੰ ਧਿਆਨ 'ਚ ਰੱਖਣਾ ਬੜਾ ਇੰਪੋਰਟੈਂਟ ਹੁੰਦਾ ਹੈ। ਇਸੇ ਵਜ੍ਹਾ ਕਰਕੇ ਹੀ ਗੁਰੂ ਸਾਹਿਬਾਨ ਨੇ ਕਈ ਸ਼ਲੋਕਾਂ ਜਿਹੜੇ ਕਬੀਰ ਜੀ ਔਰ ਫਰੀਦ ਦੇ ਸ਼ਲੋਕ ਨੇ ਉਹਨਾਂ ਦੇ ਨਾਲ ਆਪਣੇ ਵੱਲੋਂ ਸ਼ਲੋਕ ਹੋਰ ਲਿਖ ਕੇ ਵੀ ਨਾਲ ਪ੍ਰੋਪਰ ਪਲੇਸ ਦੇ ਉੱਤੇ ਐਡ ਕੀਤੇ ਨੇ, ਕਿਉਂਕਿ ਗੁਰੂ ਅਰਜਨ ਪਾਤਸ਼ਾਹ ਨੂੰ ਸੰਪਾਦਨਾ ਵੇਲੇ ਇਹ ਗੱਲ ਮਹਿਸੂਸ ਹੋਈ ਹੋਵੇਗੀ ਕਿ ਇਹ ਆਪਣੇ ਆਪ ਜੀ ਇਕੱਲੇ ਸ਼ਲੋਕ ਦਾ ਭਾਵ ਜਿਹੜਾ ਹੈ ਉਹ ਖੁੱਲ ਕੇ ਸਮਝ ਨਹੀਂ ਕਲੀਅਰ ਨਹੀਂ ਹੋ ਰਿਹਾ। तो इस करके उन्होंने अपने वालों श्लोक चाहे वो गुरु नानक पातशाह का या गुरु अमरदास जी का या अपना रचिया होया वो श्लोक भी नाल ऐड किए हैं। तो इस श्लोक का अगर जो 6वें 7वें जिवें वीर जी ने इकट्ठे करके आप जी नूं अर्थ भाव लड़ी समझाए ने तो कंटैक्सट जिहड़ा चल रहा है ना उस कंटैक्सट दे विच यही अर्थ टुकदे हैं जिहड़ा मुखियां मारन वाला है, जिहड़ा तुहाडे नुक्स कढ रहा है, तुहाडे अंदरों खोट कढण वास्ते तुहानूं जिहड़ा है वो चोट पहुंचा रहा, तुहाडे भावें हंकार ਨੂੰ चोट पहुंच रही है। तो ये लगता है टुकवा अर्थ। ਮਿਹਰਬਾਨੀ ਜੀ। बाकी जिवें वीर राजा सिंह जी बार-बार ये गल दोहराते ही हैं कि भाई ये सिर्फ साडी अपनी जो जिन्नी को समझ सानू आई है ਉਹਦੇ मुताबिक ਅਸੀਂ ਅੱਗੇ ਤੁਹਾਡੇ ਅੱਗੇ पेश करते हैं, फाइनलिटी का कोई दावा नहीं है। हाँ जी, संगत चो होर किसी सज्जन का किसी प्रश्न के बारे कोई सवाल या कोई कमेंट? सो अगर होर कोई किसी का प्रश्न या कमेंट नहीं है तो फिर असी अगली अनाउंसमेंट करके ते क्लास की समाप्ति करांगे। कल की क्लास विच हाँ जी एक हैंड सरदार तेजिंदर सिंह जी। हाँ जी ਇਹ ਜਿਹੜੀ ਮਾਰਨ ਮੁੱਕੀਆਂ ਜਿਹੜਾ ਨਾ ਮੁੱਕੀਆਂ ਮਾਰਨ ਦਾ ਮਤਲਬ ਭਾਵ ਟੁੰਬਣਾ ਵੀ ਹੁੰਦਾ ਹੈ, ਕਿਸੇ ਨੂੰ ਸੁਚੇਤ ਕਰਨਾ, ਕਿਸੇ ਨੂੰ ਅਵੇਅਰ ਕਰਾਉਣਾ। ਤੇ ਜੋ ਅਰਥ ਜਗੀਰ ਸਿੰਘ ਜੀ ਨੇ ਕੀਤੇ ਨੇ ਉਸ ਲਾਈਨ ਦੇ ਵਿੱਚ ਹੀ ਮੈਂ ਕਹਿੰਦਾ ਵੀ ਇਹ ਠੀਕ ਨੇ ਤੇ ਅਗਲੇ ਪਿਛਲੇ ਸ਼ਲੋਕਾਂ ਨਾਲ ਮਿਲਾਈਏ ਤੇ ਅਵੇਅਰਨੈਸ ਜਿਹੜੀ ਹੁੰਦੀ ਹੈ ਸਾਡੀ ਉਸ ਅਵੇਅਰਨੈਸ ਦੀ ਗੱਲ ਜਿਹੜੀ ਹੈ ਉਹ ਕੀਤੀ ਗਈ ਹੈ। ਧੰਨਵਾਦ ਜੀ। क्योंकि अगर जो सब्जेक्ट की कंटिन्यूटी देखी जाए ना तो सडनली गल करदे होया कि भाई तू काले लिख ना लेख ते अपने गिरबान में सिर नीवा कर देख, अपने आप नूं चेतन कर रहे हैं कि भाई दूजियां दे नुक्स ना कढ, अपने औगना वाले पासे ध्यान रख। ते सडनली फिर वो दूजी गल जिहड़ी है ਮਾਰਨ ਵਾਲੀ मारन वाली किसी नाल पलट के बदला लैन वाली या कुछ वो कुछ टुकदी नहीं है। फिर ਜਿਹੜੇ ਡਾਕਟਰ ਸੁਰਿੰਦਰ ਸਿੰਘ ਜੀ ਨੇ ਅਰਥ ਦੱਸੇ ਨੇ ਨਾ ਉਹ ਮੈਨੂੰ ਡਾਊਟ ਹੈ ਕਿ ਕੋਈ ਮਿਸ਼ਨਰੀ ਕਾਲਜ ਵਾਲਾ ਬੰਦਾ ਤੇ ਸ਼ਾਇਦ ਇਹ ਅਰਥ ਨਹੀਂ ਕਰਕੇ ਗਿਆ ਹੋਣਾ, ਕੋਈ ਵੀਰ ਭੁਪਿੰਦਰ ਸਿੰਘ ਜੀ ਦਾ ਜਿਹੜਾ ਸ਼ਰਧਾਲੂ ਹੈ ਉਹਨੇ ਕੀਤੇ ਹੋਣਗੇ ਅਰਥ। ਮੈਨੂੰ ਹੁਣ ਪੱਕਾ ਯਾਦ ਨਹੀਂ ਹੈ ਜੀ। ਨਹੀਂ ਕਿਉਂਕਿ ਇਹੋ ਜਿਹੇ ਅਰਥ ਉਹਨਾਂ ਕੋਲੋਂ ਹੀ ਸੁਣਨ ਨੂੰ ਮਿਲਦੇ ਨੇ ਜਿਹੜੇ ਤੁਸੀਂ ਸੁਣਾਏ ਨੇ। ਪੱਕਾ ਯਾਦ ਨਹੀਂ ਹੈ, ਮੈਂ ਅਰਥ ਸੁਣੇ ਸੀ ਤੇ ਤਾਂ ਮੇਰੇ ਮਨ 'ਚ ਕਨਫਿਊਜ਼ਨ ਹੋਈ ਸੀ। ਹਾਂ ਚਲੋ ਪਰ ਜਿਹੜੇ ਵੀ ਹਨ ਉਹ ਮਤਲਬ ਸਾਨੂੰ ਐਟਲੀਸਟ ਸਮਝ ਨਹੀਂ ਆਉਂਦੇ ਉਹ ਵਾਲੇ ਅਰਥ ਸਾਨੂੰ। चलो खैर सरदार मेला सिंह जी का हैंड रेज है, उन्होंने को भी सुन ली जी। वाहिगुरू जी की फतेह जी। थोड़ा फिर जी उच्ची बोलो, ਤੁਹਾਡੀ आवाज ना कट के आ रही है, थोड़ा प्लीज उच्ची बोलो। मन मारे तो आप मर जाए। हाँ जी दिन मन ये सीधा ही पहला सवाल। हेलो हाँ जी बोली बोली चलो। गिनती है जो कुर्बानी जिस करते कि जो मन बता है नानका जी पूर्ण कृपा हो कि असं इसका आप शब्द आप मन से काबू पा सकते हैं पूरा सरेंडर जरूर ਤੁਹਾਡੇ ਵੀਰ ਜੀ ਡਿਸਟਰਬੈਂਸ ਬੜੀ ਆ ਰਹੀ ਪਿੱਛੋਂ, ਗੱਲ ਪੂਰੀ ਸਮਝ ਨਹੀਂ ਪੈ ਰਹੀ। मन बता ਤੁਸੀਂ ਚੈਟ ਵਿੱਚ ਲਿਖ ਕੇ ਦੇ ਸਕਦੇ ਹੋ ਆਪਣੀ ਗੱਲ। प्लीज लिख के दस दो, थोड़े ना आवाज डिस्टरबेंस बहुत है और क्लियर नहीं सुनाई दे रही। तो जो चैट ਵਿੱਚ लिखते हो तो शायद गल सौखी समझ आ जाए। इन द मीन टाइम सरदार परमजीत सिंह जी का हैंड रेज है, उन्होंने गल सुन लेंगे। हाँ जी हेलो हाँ जी वीर जी।
ਹਾਂਜੀ ਵੀਰ ਭਾਈ ਜੀ, ਖਾਲਸਾ ਪਰਮਜੀਤ ਸਿੰਘ ਜੀ। ਵੀਰ ਜੀ ਕੁਐਸਚਨ ਭਾਈ ਭੇਜਣਾ ਫਤਿਹ ਤੇ ਜੀ। ਕਿੱਥੇ ਭੇਜਣਾ? ਰਾਜਾ ਸਿੰਘ ਜੀ ਦੇ ਉਹਦੇ WhatsApp ਤੇ ਭੇਜਣਾ, ਕਿੱਥੇ ਭੇਜਣਾ? ਕੋਈ ਕੁਐਸਚਨ ਭੇਜਣਾ ਹੋਵੇ ਤੇ ਤੁਸੀਂ ਮੈਨੂੰ ਵੀ ਭੇਜ ਦਿਓ ਜੀ, ਮੈਂ ਫਾਰਵਰਡ ਕਰ ਦਿਆਂਗਾ। ਠੀਕ ਹੈ, ਠੀਕ ਹੈ ਜੀ। 7 ਵਜੇ ਦੀ ਫਤਿਹ। ਠੀਕ ਹੈ ਜੀ, ਫਤਿਹ ਜੀ। ਹਾਂਜੀ ਸਰਦਾਰ ਮੇਲਾ ਸਿੰਘ ਜੀ ਨੂੰ ਰਿਕੁਐਸਟ ਹੈ ਕਿ ਵੀ ਉਹ ਪਲੀਜ਼ ਆਪਣੀ ਗੱਲ ਚੈਟ ਵਿੱਚ ਅਗਰ ਲਿਖ ਦੇਣਗੇ ਤਾਂ ਬਿਹਤਰ ਹੋਏਗਾ। ਸੋ ਇਨ ਦਾ ਮੀਨ ਟਾਈਮ ਕੱਲ ਦਾ ਪ੍ਰੋਗਰਾਮ ਜਾਨੀ ਅੰਮ੍ਰਿਤਪਾਲ ਸਿੰਘ ਜੀ ਸਵਈਏ ਮਹੱਲੇ ਚੌਥੇ ਕੇ ਦੀ ਸੰਥਿਆ, ਵਿਆਕਰਨ ਨਿਯਮ ਅਤੇ ਅਰਥ ਵਿਚਾਰ ਜਿਹੜੇ ਹਨ ਉਹ ਜਾਰੀ ਰੱਖਣਗੇ। ਬੁੱਧਵਾਰ ਤੇ ਵੀਰਵਾਰ ਨੂੰ ਵੀਰ ਪ੍ਰਭਕੀਰਤਨ ਸਿੰਘ ਜੀ ਆਨੰਦ ਸਾਹਿਬ ਬਾਣੀ ਦੀ ਜੋ ਸਮਰੀ ਹੈ ਉਹ ਅੱਗੋਂ ਕੰਟੀਨਿਊ ਕਰਨਗੇ। ਸ਼ੁੱਕਰਵਾਰ ਨੂੰ ਭਗਤ ਕਬੀਰ ਜੀ ਦੇ ਸ਼ਬਦ ਦੀ ਵਿਚਾਰ ਸਰਦਾਰ ਮਨਮੋਹਨ ਸਿੰਘ ਜੀ ਪੁੰਛ ਸਰਕਲ ਵਾਲੇ ਉਹ ਸ਼ਬਦ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨਗੇ। ਸੈਟਰਡੇ ਨੂੰ ਕੈਪਟਨ ਜਸ਼ਪਾਲ ਸਿੰਘ ਜੀ ਇੱਕ ਆਪਣੀ ਸਲਾਈਡ ਸ਼ੋਅ ਦੀ ਪ੍ਰੈਜੈਂਟੇਸ਼ਨ ਕਰਨਗੇ। ਇਹ ਪ੍ਰੋਗਰਾਮ ਹੈ ਇਸ ਹਫਤੇ ਦੇ ਅਗਲੇ। ਜਿਹੜੀ ਦੂਸਰੀ ਕਲਾਸ ਹੈ ਅਗਲੀ ਜੋ ਦਿੱਲੀ ਤੋਂ ਹੈ 8:30 ਵਜੇ ਭਾਰਤ ਦੇ ਟਾਈਮ ਦੇ ਮੁਤਾਬਕ, ਉਹਦੇ ਵਿੱਚ ਅੱਜ ਵਾਰੀ ਤਾਂ ਵੀਰ ਹਰਜੀਤ ਸਿੰਘ ਜੀ ਦੀ ਸੀ ਪਰ ਉਹ ਕਿਉਂਕਿ ਸ਼ਾਇਦ ਸਮੇਂ ਸਿਰ ਪਹੁੰਚ ਨਹੀਂ ਸਕਣਗੇ ਤਾਂ ਉਹਨਾਂ ਦੀ ਜਗ੍ਹਾ ਤੇ ਅੱਜ ਪਟਿਆਲੇ ਤੋਂ ਵੀਰ ਸੁਖਵਿੰਦਰ ਸਿੰਘ ਜੀ ਸ਼ਬਦ ਵਿਚਾਰ ਦੀ ਸੇਵਾ ਨਿਭਾਉਣਗੇ। ਕੱਲ ਔਰ ਪਰਸੋਂ 2 ਦਿਨ ਅਲਾਨੀਆ ਬਾਣੀ ਦੀ ਵਿਚਾਰ ਜਾਰੀ ਰਹੇਗੀ ਤੇ ਉਸ ਤੋਂ ਅਗਲੇ 2 ਦਿਨ ਸਹਿਸਕ੍ਰਿਤੀ ਸ਼ਲੋਕਾਂ ਦੀ ਸਮਰੀ। ਸ਼ਨੀਚਰਵਾਰ ਨੂੰ ਨੌਵੇਂ ਪਾਤਸ਼ਾਹ ਦੀ ਬਾਣੀ ਦੀ ਸ਼ਬਦਾਂ ਦੀ ਵਿਚਾਰ ਉੱਤੇ ਕੀਤੀ ਜਾਏਗੀ। ਸੋ ਜਿਨ੍ਹਾਂ ਪਾਸ ਸਮਾਂ ਹੋਵੇ ਉਹ ਸ਼ਾਮ ਦੀ ਜਿਹੜੀ 8:30 ਦੀ ਕਲਾਸ ਹੈ ਉਹਦੇ ਵਿੱਚ ਵੀ ਜ਼ਰੂਰ ਹਾਜ਼ਰੀ ਭਰਨਾ ਜੀ। ਸੋ ਅਗਰ ਜੇ ਹੋਰ ਕਿਸੇ ਦਾ ਕੋਈ ਕਮੈਂਟ ਜਾਂ ਸਵਾਲ ਨਹੀਂ ਹੈ ਤੇ ਫਿਰ ਕਲਾਸ ਦੀ ਇੱਥੇ ਸਮਾਪਤੀ ਕਰਾਂਗੇ ਜੀ। ਹਾਂਜੀ ਰਾਜਾ ਸਿੰਘ ਜੀ ਕੋਈ ਹੋਰ ਗੱਲ ਬਾਕੀ ਹੋਵੇ ਦੱਸ ਦਿਓ। ਰਾਜਾ ਸਿੰਘ ਦਾ ਵੀ ਕਨੈਕਸ਼ਨ ਮੇਰੇ ਖਿਆਲ ਫਿਰ ਟੁੱਟ ਗਿਆ ਲੱਗਦਾ। ਸਰਦਾਰ ਮੇਲਾ ਸਿੰਘ ਜੀ ਦੀ ਗੱਲ ਲੈ ਲਓ, ਕੀ ਕਹਿਣ ਲਿਖਿਆ ਉਹਨਾਂ ਨੇ। ਪਰ ਉਹ ਪਤਾ ਨਹੀਂ ਅਜੇ ਆਇਆ ਨਹੀਂ, ਚੈਟ ਵਿੱਚ ਕੋਈ ਮੈਸੇਜ ਆਇਆ ਨਹੀਂ। ਉਹਨਾਂ ਦੀ ਆਵਾਜ਼ ਤਾਂ ਬਿਲਕੁਲ ਹੀ ਨਹੀਂ ਸੀ ਸਮਝ ਆ ਰਹੀ। ਤੁਹਾਨੂੰ ਕੁਝ ਸਮਝ ਪਈ ਜਰਾ ਜੀ? ਨਹੀਂ ਕਿਸੇ ਨੂੰ? ਨਹੀਂ ਬਾਅਦ ਵਿੱਚ ਠੀਕ ਹੋ ਗਈ ਸੀਗੀ, ਉਹਨਾਂ ਨੂੰ ਕੋਈ ਦੱਸ ਸਕਦੇ ਨੇ ਤੇ ਬਾਅਦ ਠੀਕ ਹੋ ਗਈ ਸੀ। ਚਲੋ ਦੇਖ ਲੈਣ, ਇੱਕ ਵਾਰੀ ਫਿਰ ਟਰਾਈ ਕਰ ਲੈਂਦੇ ਹਾਂ। ਹਾਂਜੀ ਮੇਲਾ ਸਿੰਘ ਜੀ ਇੱਕ ਵਾਰੀ ਫਿਰ ਟਰਾਈ ਕਰ ਲਓ ਜੇ ਤੁਹਾਡੀ ਆਵਾਜ਼ ਜੇ ਸਮਝ ਆ ਜਾਏ। ਇੱਕ ਇੰਨੀ ਗੱਲ ਤਾਂ ਸਮਝ ਆ ਗਈ ਸੀ ਕਿ ਮਨ ਮਰੇ ਤਾਂ ਹੱਥ ਭਰ ਜਾਏ ਦੇ ਬਾਰੇ ਤੁਸੀਂ ਕੁਝ ਗੱਲ ਕਰ ਰਹੇ ਉਹ ਪ੍ਰਸ਼ਨ ਸੀਗਾ ਇਹ ਕਿ ਜਿਹੜੀ ਮਨਵਤਾ ਦਾ ਨਾਮ ਹੈ ਇਹ ਨਹੀਂ ਸੌਰੀ ਨਹੀਂ ਆਵਾਜ਼ ਨਹੀਂ ਠੀਕ ਆ ਰਹੀ। ਹਾਂਜੀ ਡਾਕਟਰ ਤੇਜੀ ਦਾ ਹੈਂਡ ਰੇਜ਼। ਹਾਂਜੀ ਡਾਕਟਰ ਤੇਜੀ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਮੇਰੀ ਆਵਾਜ਼ ਠੀਕ ਆ ਰਹੀ ਜੀ? ਹਾਂਜੀ ਹਾਂਜੀ ਬੋਲੋ ਜੀ। ਮੈਂ ਪਿਛਲੀ ਵਾਰੀ ਵੀ ਇਹ ਸਵਾਲ ਪੁੱਛਣਾ ਸੀਗਾ ਪਰ ਰਹਿ ਗਿਆ ਕਿ ਕਈ ਵਾਰ ਅਸੀਂ ਜਦੋਂ ਬੁਲਾਰੇ ਕੋਲੋਂ ਸੁਣਦੇ ਹਾਂ, ਜਿਸ ਤਰ੍ਹਾਂ ਕਿ ਅੱਜ ਤੁਸੀਂ ਹਰ ਇੱਕ ਨੇ ਸੋਚ ਵਿਚਾਰ ਕੇ ਰਿਸਰਚ ਕਰਕੇ ਜਵਾਬ ਦੱਸਿਆ, ਤੇ ਜਿਹੜਾ ਰਿਸੀਵਰ ਮੋਡ ਦੇ ਵਿੱਚ ਹੈਗਾ ਨਾ, ਹਰ ਇੱਕ ਦੀ ਪਰਸੈਪਸ਼ਨ ਡਿਫਰੈਂਟ ਹੈਗੀ ਆ। ਇਸੇ ਕਰਕੇ ਸਾਨੂੰ ਕਿਸੇ ਸਬਜੈਕਟ ਦੇ ਉੱਤੇ ਕਾਫੀ ਲਿਖਾਰੀ ਮਿਲਣਗੇ ਬਿਕੋਜ਼ ਉਹਨਾਂ ਦੇ ਜਿਹੜੇ ਪਰਸਪੈਕਟਿਵ ਹੈਗੇ ਆ ਉਹ ਡਿਫਰੈਂਟ ਹੈਗੇ ਆ ਤੇ ਉਹ ਹਰ ਇੱਕ ਆਪਣੇ ਬਾਇਸ ਦੇ ਨਾਲ ਲਿਖਦਾ ਹੈਗਾ। ਕਿਉਂ ਨਾ ਮੇਰੇ ਖਿਆਲ ਦੇ ਵਿੱਚ ਆਇਆ ਕਿ ਅਗਰ ਅਸੀਂ 15-20 ਮਿੰਟ ਕੋਈ ਟੌਪਿਕ ਤੇ ਡਿਸਕਸ ਕਰੀਏ ਸਿਰਫ ਇੱਕ ਦਿਨ ਐਜ਼ ਐਨ ਐਕਸਪੈਰੀਮੈਂਟ, ਤੇ ਦੇਖੀਏ ਕਿ ਸਵਾਲ ਜਿਹੜੇ ਆ ਨਾ ਦੇ ਆਰ ਸੋ ਮੈਨੀ। ਕਈ ਵਾਰ ਐਸੀ ਕੋਈ ਸਵਾਲ ਪੁੱਛਦੇ ਆ ਕਿ ਅਨਰਿਲੇਟਿਡ ਟੋਟਲੀ ਟੂ ਦਾ ਹੋਲ ਸਬਜੈਕਟ ਜਿਹੜੇ ਡਿਸਕਸ ਹੋ ਰਿਹਾ, ਪਰ ਉਹ ਇੰਨਾ ਇੰਪੋਰਟੈਂਟ ਹੈ ਕਿਉਂਕਿ ਉਸਦੇ ਨਾਲ ਉਸ ਵਿਅਕਤੀ ਦੀ ਅੰਡਰਸਟੈਂਡਿੰਗ ਵੱਧਦੀ ਹੈ। ਅਦਰਵਾਈਜ਼ ਉਹ ਉਸ ਜਿਹੜੀ ਬਾਇਸ ਹੈਗੀ ਹੈ ਉਹ ਰਿਟੇਨ ਰਹਿੰਦੀ ਹੈ। ਅਸੀਂ ਚਾਹੁੰਦੇ ਕਿ ਉਹ ਬਾਇਸ ਖਤਮ ਹੋ ਜਾਏ। ਨੈਚੁਰਲੀ ਸਾਇੰਟੀਫਿਕਲੀ ਲੋਕਾਂ ਨੇ ਡਿਸਕਵਰ ਕੀਤਾ ਹੈ ਕਿ ਇਨਸਾਨ ਦੇ 7 ਬਾਇਸਿਸ ਹੁੰਦੇ ਆ। ਮੈਂ ਉਸਦੇ ਉੱਤੇ ਨਹੀਂ ਜਾਣਾ ਚਾਹੁੰਦਾ। ਮੇਨ ਚੀਜ਼ ਮੇਰੀ ਕਹਿਣ ਦੀ ਹੈਗੀ ਹੈ ਕਿ ਆਪਾਂ ਕਿਸੇ ਤਰੀਕੇ ਦੇ ਨਾਲ ਜਿਹੜੇ ਕਈ ਵਾਰੀ ਬੇਸਿਕ ਕੁਐਸਚਨ ਹੁੰਦੇ ਆ ਹਰ ਇੱਕ ਦੇ, ਉਹ ਉੱਥੇ ਹਰ ਕੋਈ ਅੜਿਆ ਹੁੰਦਾ ਹੈ, ਤੇ ਉਹ ਅਸੀਂ ਅਗਰ ਖਤਮ ਕਰ ਦਈਏ ਤੇ ਸਾਡੀ ਜਿਹੜੀ
ਕੁਐਸਚਨ ਆਨਸਰ ਦਾ ਜਿਹੜਾ ਵੇਰਵਾ ਹੈਗਾ ਉਹ ਅਸੀਂ ਐਟ ਅ ਹਾਇਰ ਲੈਵਲ ਕਰ ਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ। ਸੋ ਫਿਰ ਕਲਾਸ ਦੀ ਅੱਜ ਇੱਥੇ ਸਮਾਪਤੀ ਕਰਦੇ ਹਾਂ ਜੀ। ਸਾਰਿਆਂ ਦਾ, ਕੁਐਸਚਨ ਪੁੱਛਣ ਵਾਲਿਆਂ ਦਾ, ਜਵਾਬ ਦੇਣ ਵਾਲਿਆਂ ਦਾ ਅਤੇ ਅਟੈਂਡ ਕਰਨ ਵਾਲਿਆਂ ਦਾ, ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।